श्री वाहिगुरु। दंडौत बंदन अनक बार, सर्ब कला समरथ। डोलन ते राखो प्रभु, नाम कर हथ। सिमरं सोई पुरख चल अबनासी, जे सिमरत दुर्मत मल नासी। सतगुर चरण कमल रिद धारं, गुर अर्जन गुण सहज विचारं। गुरु रामदास कर गियो प्रगासा, सगल मनोरथ पूरी आसा। तै जन्मत गुरमत ब्रह्म पछाणियो, कल जोड़ कर सो जस बखाणियो। भगत जोग को जैत वार, हर जन क्यों पायो। शब्द गुरु प्रकाशयो, हर सन बसायो। गुरु नानक अंगद अमर लागु तुम पद पायो। गुर अर्जन कर गुरु रामदास, भगत उतर आयो। जपियो जिन अर्जन देव गुरु, फिर संकट जोन गर्भ न आयो। कल जुग जहाज अर्जन गुरु, कल जुग जहाज अर्जन गुरु। सगल श्रेष्ठ लग बैतरो, सगल श्रेष्ठ लग बैतरो। तरण गगन नव खंड में, जोत स्वरूपी रहो पर। पन मथुरा कछ भेद नहीं। गुर अर्जन परतख हर, तरण गगन नव खंड में। जोत स्वरूपी रहो पर, पन मथुरा कछ भेद नहीं। गुर अर्जन परतख हर, गुर अर्जन शिर छतर। आप परमेश्वर दियो, गुर अर्जन शिर छतर। आप परमेश्वर दियो, गुर अर्जन विटो कुर्बानी। वाहिगुरु जी का खालसा, वाहिगुरु जी की फतेह। गुरु प्यारी गुरु सवारी साध संगत जीओ। सच्चे पातशाह धन गुरु अर्जन देव जी महाराज, जिन्हां दा शहीदी दिहाड़ा 26 तरीक नूं आ रहा, ते संगतां ने मनाउणा। ते जो आपां धन गुरु अंगद दे सच्चे पातशाह दी जीवन गाथा आरंभ कीती सी, ਉਹਦੇ ਵਿੱਚ ਹੀ ਇਹ ਦਿਹਾੜੇ ਆ ਗਏ ਤੇ ਮਨ ਵਿੱਚ ਵਿਚਾਰ ਕੀਤੀ ਵੀ ਚਲੋ ਇਸ ਦਿਨ ਦੇ ਸੰਬੰਧ ਵਿੱਚ ਹੀ ਕੋਈ ਗੁਰੂ ਕੀ ਬਾਤ ਗੁਰੂ ਕੀ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ। ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ, ਅੱਜ ਸਾਡਾ ਵਿਸ਼ਾ ਹੈ ਵੀ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਿੱਚ ਕਿਹਦਾ ਹੱਥ ਹੈ। ਆਮ ਸਿੱਖ ਸੰਗਤਾਂ ਕਹਿੰਦੀਆਂ ਵੀ ਚੰਦੂ ਨੇ ਧੰਨ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਾਇਆ। ਠੀਕ ਆ, ਚੰਦੂ ਦੀ ਹਵੇਲੀ ਸੀ,
ਚੰਦੂ ਸਰਕਾਰੀ ਦਰਬਾਰੇ ਕੋਈ ਅਹੁਦੇਦਾਰ ਸੀ, ਪਰ ਇਸ ਤੋਂ ਇਲਾਵਾ ਏਡੀ ਛੋਟੀ ਜੀ ਗੱਲ ਪਿੱਛੇ ਇੱਕ ਬੰਦੇ ਨੂੰ ਸ਼ਹੀਦ ਕਰ ਦੇਣਾ, ਖਤਮ ਕਰ ਦੇਣਾ ਵੀ ਉਹਨਾਂ ਨੇ ਉਹਨਾਂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ, ਇਹ ਗੱਲ ਕੋਈ ਜੱਚਦੀ ਨਹੀਂ ਹੈ ਮਨੁੱਖੀ ਸੁਭਾਅ ਦੇ ਮੁਤਾਬਕ। ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਾਰੇ ਭੱਟਾ ਨੇ ਕਿਹਾ ਵੀ ਅਮਿਓ ਰਸਨਾ ਬਦਨ ਬਰਦਾਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਡੇ ਰਸਨਾ ਤੇ ਅੰਮ੍ਰਿਤ ਵਰਸਦਾ ਹੈ। ਅਮਿਓ ਰਸਨਾ, ਤੁਹਾਡਾ ਸੁਭਾਅ ਬੜਾ ਠੰਡਾ ਮਿੱਠਾ ਹੈ। ਪ੍ਰਿਥੀ ਚੰਦ ਸਾਰੀ ਜ਼ਿੰਦਗੀ ਸਾੜਦਾ ਰਿਹਾ ਗੁਰੂ ਅਰਜਨ ਦੇਵ ਨੂੰ, ਪਰ ਗੁਰੂ ਅਰਜਨ ਦੇਵ ਸੜੇ ਨਹੀਂ। ਅੱਗੇ ਚੱਲ ਕੇ ਆਪਾਂ ਖੁਲਾਸਾ ਕਰਾਂਗੇ, ਕਿਉਂਕਿ ਉਹਨਾਂ ਦੇ ਕੋਲ ਰੱਬ ਦਾ ਨਾਮ ਸੀ, ਤੇ ਜਿੱਥੇ ਰੱਬ ਦਾ ਨਾਮ ਹੋਵੇ ਨਾ, ਉੱਥੇ ਫਿਰ ਈਰਖਾ ਦੀ ਅੱਗ ਜਿਹੜੀ ਬੰਦੇ ਨੂੰ ਸਾੜਦੀ ਨਹੀਂ ਹੈ। ਸਾਹਿਬ ਨੇ ਕਿਹਾ ਪਾਵਕ ਜਰਿਓ ਨਾ ਜਾਰ ਰਹੋ ਜਨ ਧੂਰ ਲੱਗ, ਨੀਰ ਨਾ ਸਾਕਸ ਬੋਏ ਚਲੇ ਹਰ ਪੰਥ ਪੱਗ। ਪਾਵਕ ਜਰਿਓ ਨਾ ਜਾਰ, ਜਿਹੜਾ ਰੱਬ ਦੇ ਨਾਮ ਨਾਲ ਜੁੜ ਗਿਆ ਉਹ ਦੁਨੀਆ ਈਰਖਾ ਕਰੇਗੀ, ਦੁਨੀਆ ਸਾੜਾ ਕਰੇਗੀ, ਦੁਨੀਆ ਉਸ ਨੂੰ ਸਾੜਨ ਦੀ ਕੋਸ਼ਿਸ਼ ਕਰੇਗੀ, ਉਹ ਸੜੇਗਾ ਨਹੀਂ। ਜੇ ਉਹ ਸੜ ਗਿਆ ਹੈ ਅਜੇ ਫਿਰ ਠੰਡਾ ਨਹੀਂ ਹੈ ਉਹ। ਆ ਜੇਠ ਹਾੜ 'ਚ ਕਣਕਾਂ ਨੂੰ ਅੱਗ ਲੱਗਦੀ ਆ ਨਾ, ਵਿਸਾਖ ਜੇਠ 'ਚ, ਕਦੀ ਚੇਤ ਫੱਗਣ ਵਿੱਚ ਹੀ ਕਣਕਾਂ ਨੂੰ ਅੱਗ ਕਿਸੇ ਨੇ ਲੱਗੀ ਵੇਖੀ ਆ? ਸੁਣਿਆ ਕਦੀ ਕਿਸੇ ਨੇ ਕਿ ਫੱਗਣ ਦਾ ਮਹੀਨਾ ਹੋਵੇ, ਚੇਤ ਦਾ ਮਹੀਨਾ ਹੋਏ ਤੇ ਪੈਲੀਆਂ 'ਚ ਅੱਗ ਲੱਗ ਜੇ ਕਣਕਾਂ ਨੂੰ? ਨਹੀਂ, ਇਹ ਤਾਂ ਹੀ ਲੱਗਦੀ ਹੈ ਵੀ ਉਹ ਆਪ ਸੁੱਕੀਆਂ ਹੁੰਦੀਆਂ ਨੇ, ਉਹਨਾਂ ਦੇ 'ਚ ਆਪ ਅੱਗ ਹੁੰਦੀ ਹੈ। ਤੇ ਰੱਬ ਦੇ ਪਿਆਰਿਆਂ ਨੂੰ ਕੋਈ ਸਾੜ ਜਾਵੇ, ਕਬੀਰ ਨੇ ਕਿਹਾ, ਕਬੀਰ ਉਹ ਜਿਹੜਾ ਆਉਂਦਾ ਵੀ ਸੀਤਲਤਾ ਨਾ ਤਜੰਤ, ਕਬੀਰ ਸੰਤ ਨਾ ਛਾੜੇ ਸੰਤਈ, ਜੋ ਕੋਟਕ ਮਿਲੇ ਅਸੰਤਾ। ਸੰਤ ਦੇ ਕੋਲ ਲੱਖਾਂ ਕਰੋੜ ਜਾਣ ਤੇ ਉਹਨੂੰ ਆਪਣੇ ਸੁਭਾਅ ਨੂੰ ਬਦਲ ਦੇਣੇ ਕਿਵੇਂ ਹੋ ਸਕਦਾ ਹੈ? ਕਬੀਰ ਸੰਤ ਨਾ ਛਾੜਈ ਸੰਤਈ, ਜੋ ਕੋਟਕ ਮਿਲੇ ਅਸੰਤਾ। ਸਾਰਾ ਬਨਾਰਸ ਸ਼ਹਿਰ ਇੱਕ ਪਾਸੇ ਹੋ ਗਿਆ, ਕਬੀਰ ਕੱਲਾ ਇੱਕ ਪਾਸੇ ਬੈਠਾ ਹੈ, ਕਹਿੰਦਾ ਕਰ ਲੋ ਜੋ ਕਰਨਾ ਹੈ। ਕੀ ਕਰ ਲੋਗੇ ਤੁਸੀਂ? ਗੰਗਾ 'ਚ ਸੁੱਟਿਆ ਗਿਆ, ਹਾਥੀ ਅੱਗੇ ਸੁੱਟਿਆ ਗਿਆ, ਕਹਿੰਦਾ ਜੋ ਮਰਜ਼ੀ ਕਰ ਲੋ, ਹੋਣਾ ਹੀ ਕੱਖ ਨਹੀਂ ਹੈ। ਤੇ ਫਿਰ ਗੁਰੂ ਅਰਜਨ ਦੇਵ ਨੂੰ ਇੱਕ ਬੰਦਾ ਹੀ ਤੱਤੀ ਤਵੀ ਤੇ ਸਾੜ ਦੇਵੇ, ਕਿਵੇਂ ਹੋ ਗਿਆ? ਸਵਾਲ ਤਾਂ ਬੜੇ ਨੇ। ਪ੍ਰਹਲਾਦ ਹਫ਼ਤਾ ਪਰ ਅੱਗ ਵਿੱਚ ਬੈਠਾ ਰਿਹਾ, ਨਹੀਂ ਸੜਿਆ। ਬਾਬਾ ਬਿਧੀ ਚੰਦ ਜੀ ਭੱਠੀ 'ਚ ਬੈਠੇ ਰਹੇ, ਨਹੀਂ ਸੜੇ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਾਵਕ ਜਰਿਓ ਨਾ ਜਾਰ ਰਹੋ ਜਨ ਧੂਰ ਲੱਗ। ਕਬੀਰ ਨੂੰ ਕੁਛ ਨਹੀਂ ਹੋਇਆ, ਭਗਤ ਨਾਮਦੇਵ ਨੂੰ ਕੁਛ ਨਹੀਂ ਹੋਇਆ, ਭਗਤ ਪ੍ਰਹਲਾਦ ਨੂੰ ਕੁਛ ਨਹੀਂ ਹੋਇਆ, ਬਾਬਾ ਬਿਧੀ ਚੰਦ ਜੀ ਨੂੰ ਭੱਠੀ 'ਚ ਕੁਛ ਨਹੀਂ ਹੋਇਆ। ਤੇ ਗੁਰੂ ਨਾਨਕ ਸਾਹਿਬ ਨੂੰ ਵੀ ਕਈਆਂ ਰਾਜਿਆਂ ਨੇ ਅੱਗ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ, ਕੁਛ ਨਹੀਂ ਹੋਇਆ। ਤੇ ਫਿਰ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਚੰਦੂ ਕਿਵੇਂ ਬਿਠਾ ਕੇ ਤੇ ਉਹਨਾਂ ਦੇ ਸਰੀਰ ਨੂੰ ਇਸ ਤਰ੍ਹਾਂ ਕਰ ਦਿੱਤਾ ਹੈ? ਮੈਂ ਕਹਿ ਰਿਹਾ ਸੀ ਪ੍ਰਿਥੀ ਚੰਦ ਸਾਰੀ ਜ਼ਿੰਦਗੀ, ਅੱਜ ਸਾਡਾ ਵਿਸ਼ਾ ਗੁਰੂ ਅਰਜਨ ਦੇਵ ਦਾ ਸ਼ਹੀਦੀ ਵਿੱਚ ਕਿਹਦਾ ਹੱਥ ਹੈ? ਕਬੀਰ ਸੰਤ ਨਾ ਛਾੜੇ ਸੰਤਾਈ, ਜੋ ਕੋਟਕ ਮਿਲੇ ਅਸੰਤ। ਮਲਿਆਗਰ ਭਿਅੰਗਮ ਬੇੜਿਓ, ਤਾਂ ਸੀਤਲ ਦਾ ਨਾਤ ਜੰਤ। ਸੱਪ ਜਿਹੜੇ ਆ ਚੰਦਨ ਦੇ ਦੁਆਲੇ ਲਿਪਟੇ ਰਹਿੰਦੇ ਨੇ, ਉਹ ਤਾਂ ਠੰਡੇ ਹੋ ਜਾਂਦੇ ਨੇ, ਪਰ ਚੰਦਨ ਦਾ ਨਹੀਂ ਕੁਛ ਵਿਗਾੜ ਸਕਦੇ ਹੋ। ਸੰਤ ਨਾ ਛਾੜੇ ਸੰਤਈ,
ਜੇ ਦੁਸ਼ਟਾਂ ਦੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਕੋਈ ਆਪਣਾ ਸੁਭਾਅ ਵੀ ਛੱਡ ਗਿਆ, ਉਹ ਸੰਤ ਹੀ ਕਾਹਦਾ, ਉਹ ਗੁਰੂ ਕਾਹਦਾ, ਉਹ ਪੀਰ ਹੀ ਕਾਹਦਾ। ਇਹ ਕਹਾਣੀ ਸੁਣਾਉਂਦੇ ਹੁੰਦੇ ਮਹਾਂਪੁਰਖ। ਮੈਂ ਹੋਰ ਪਿੱਛੇ ਕਿਸੇ ਪਾਸੇ ਨਾ ਤੁਰ ਜਾਵਾਂ। ਕੋਈ ਮਹਾਂਪੁਰਖ ਸੀ ਤੇ ਉਹਨੂੰ ਕੋਈ ਦੂਜਾ ਸੰਤ ਮਿਲਣ ਗਿਆ, ਤੇ ਜਿਹੜਾ ਮਿਲਣ ਗਿਆ ਸੀ ਉਹ ਵੀ ਚਲੋ ਡੇਰੇਦਾਰ ਸੀ, ਕੋਈ ਰੱਬ ਰੱਬ ਮਾੜਾ ਮੋੜ ਕਰਦਾ ਸੀ। ਤੇ ਜਿਹਨੂੰ ਮਿਲਣ ਗਿਆ ਉਹ ਵੀ ਕਿਸੇ ਮਹਾਂਪੁਰਖ ਆਪਣੇ ਤਪ ਸਥਾਨ ਤੇ ਰਹਿੰਦੇ ਸੀ। ਉਹ ਜਿਹੜਾ ਮਿਲਣ ਗਿਆ ਸੀ ਨਾ, ਤੇ ਉਹਨੂੰ ਵੇਖ ਕੇ ਕਹਿਣ ਲੱਗੇ ਦੂਜੇ ਮਹਾਂਪੁਰਖ, ਧੰਨ ਗ੍ਰਸਤੀ, ਧੰਨ ਗ੍ਰਸਤੀ, ਧੰਨ ਗ੍ਰਸਤੀ। ਉਹ ਕਹਿਣ ਲੱਗੇ ਤੁਸੀਂ, ਮੈਂ ਤੇ ਇੱਕ ਸਾਧੂ ਹਾਂ ਤੇ ਤੁਹਾਂ ਧੰਨ ਗ੍ਰਸਤੀ, ਧੰਨ ਗ੍ਰਸਤੀ ਕਿਉਂ ਕਿਹਾ? ਕਹਿਣ ਲੱਗੇ ਉਹ ਧੰਨ ਵਾ ਜਿਨ੍ਹਾਂ ਦਾ ਪ੍ਰਭਾਵ ਤੇਰੇ ਉੱਤੇ ਪੈ ਗਿਆ। ਤੂੰ ਆ ਛਾਪਾਂ ਛੱਲੇ ਪਾ ਕੇ ਤੇ ਦੁਨੀਆਦਾਰ ਕੱਪੜੇ ਪਾਈ ਫਿਰਦਾ ਹੈ। ਜੇ ਤੇਰਾ ਪ੍ਰਭਾਵ ਹੁੰਦਾ ਤੇ ਉਹ ਛਾਪਾਂ ਛੱਲੇ ਲਾ ਕੇ ਸਾਧੂ ਲਿਬਾਸ ਪਾਉਂਦੇ, ਤੇ ਤੂੰ ਸਾਧੂ ਛਾਪਾਂ ਛੱਲੇ ਪਾਈ ਫਿਰਦਾ। ਇਹਦਾ ਮਤਲਬ ਗ੍ਰਸਤੀ ਧੰਨ ਹੈ, ਉਹ ਤੇਰੇ ਤੇ ਅਸਰ ਕਰ ਗਏ ਨੇ। ਆਹ ਤੇ ਹੁਣ ਬਾਬੇ ਨਿੱਤ ਨਵੀਂ ਪੱਗ ਤੇ ਨਵਾਂ ਹੀ ਝੋਲਾ ਤੇ ਨਵਾਂ, ਇਹ ਕੀ ਹੋ ਰਿਹਾ ਸਿਸਟਮ? ਇਹ ਕਿੱਧਰ ਨੂੰ ਦੁਨੀਆ ਤੁਰ ਗਈ ਹੈ? ਖੈਰ, ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭੱਟ ਜੀ ਕਹਿੰਦੇ ਨੇ, ਆਮਿਓ ਰਸਨਾ ਬਦਨ ਬਰਦਾਤ। ਗੁਰੂ ਅਰਜਨ ਦੇਵ, ਤੁਹਾਡੀ ਮੁਖ ਵਿੱਚ ਅੰਮ੍ਰਿਤ ਵਾ, ਤੁਹਾਡੀ ਜ਼ਬਾਨ ਉੱਤੇ ਅੰਮ੍ਰਿਤ ਵਾ, ਤੇ ਵਿੱਚੋਂ ਬਦਨ ਬਰਦਾਤ। ਦੋ ਚੀਜ਼ਾਂ ਤੁਹਾਡੇ ਮੁਖ ਵਿੱਚੋਂ ਨਿਕਲਦੀਆਂ। ਜੇ ਪ੍ਰਿਥੀ ਚੰਦ ਨੇ ਈਰਖਾ ਕੀਤੀ, ਸਾਰੀ ਜ਼ਿੰਦਗੀ ਸਾੜਨ ਦੀ ਕੋਸ਼ਿਸ਼ ਕੀਤੀ, ਤੇ ਸਾਹਿਬ ਨੇ ਅਰਦਾਸ ਕੀਤੀ, ਰਾਖ ਲਿਓ ਭਾਈ ਮੇਰੇ ਕੋ, ਪ੍ਰਭ ਆਗੇ ਅਰਦਾਸ, ਰਾਖ ਲਿਓ ਭਾਈ ਮੇਰੇ ਕੋ, ਪ੍ਰਭ ਆਗੇ ਅਰਦਾਸ। ਗੁਰੂ ਅਰਜਨ ਦੇਵ ਅਰਦਾਸ ਹੀ ਕਰਦਾ ਰਿਹਾ, ਪੈ ਪਰਵਤਗਾਰ ਪਰਮੇਸ਼ਰ ਮੇਰੇ ਭਰਾ ਨੂੰ ਵੀ ਸਮਤ ਦੇ, ਇਹ ਈਰਖਾ ਨਾ ਕਰੇ। ਪਰ ਜਿਹਦਾ ਅੰਦਰ ਆਪ ਸੜਿਆ ਹੋਵੇ, ਉਹ ਦੂਜਿਆਂ ਨੂੰ ਸਾੜਨ ਦੀ ਕੋਸ਼ਿਸ਼। ਤੇ ਉਹ ਭੱਟ ਜੀ ਕਹਿੰਦੇ ਨੇ ਵੀ ਇੱਕ ਤੇ ਗੁਰੂ ਅਰਜਨ ਦੇਵ ਦੇ ਰਸਨਾ ਤੇ ਅੰਮ੍ਰਿਤ ਹੈ, ਤੇ ਦੂਜਾ ਬਦਨ ਬਰਦਾਤ। ਆਪਣੇ ਮੁਖ ਤੋਂ, ਬਦਨ ਤੋਂ ਗੁਰੂ ਅਰਜਨ ਦੇਵ ਜੀ ਵਰ ਦੇ ਰਹੇ ਨੇ, ਦਾਤਾਂ ਬਖਸ਼ ਰਹੇ ਨੇ। ਕਿਸੇ ਨੂੰ ਰੋਗੀਆਂ ਦੇ ਰੋਗ ਦੂਰ ਕਰ ਰਹੇ ਨੇ, ਆਪਣੇ ਮੁਖੜੇ ਤੋਂ ਬਚਨ। ਕਿਸੇ ਨੂੰ ਦੁੱਧ, ਕਿਸੇ ਨੂੰ ਪੁੱਤ ਦੇ ਵਰ ਦੇ ਰਹੇ ਨੇ। ਅਮਿਓ ਰਸਨਾ ਬਦਨ ਬਰਦਾਤ, ਬਦਨ ਤੋਂ ਵਰ ਤੇ ਦਾਤਾਂ ਦੇ ਰਹੇ। ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ 26 ਤਰੀਕ ਨੂੰ ਸ਼ਾਇਦ ਆ ਰਿਹਾ। ਉਹ ਇਹ ਕਲੇਸ਼ ਕਿੱਥੋਂ ਸ਼ੁਰੂ ਹੁੰਦਾ ਹੈ? ਇਹ ਜਿਹੜਾ 1606 ਨੂੰ ਜੇਠ ਸੁਦੀ ਚੌਥ ਨੂੰ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਗਿਆ, ਤੱਤੀ ਤਵੀ ਤੇ ਬਿਠਾ ਕੇ, ਇਹ ਕਲੇਸ਼ ਆਰੰਭ ਕਿੱਥੋਂ ਹੁੰਦਾ ਹੈ? ਇਹ ਆਰੰਭ ਹੁੰਦਾ ਜਿੱਦਣ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਗੋਂਦਵਾਲ ਸਾਹਿਬ ਦੀ ਧਰਤੀ ਉੱਤੇ ਜੋਤੀ ਜੋਤ ਸਮਾ ਜਾਂਦੇ ਨੇ। ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਪਰੰਪਰਾ ਵਾ ਵੀ ਆਪਣੀ ਜੋਤ, ਆਪਣੀ ਗੁਰਿਆਈ ਕਿਸੇ ਨੂੰ ਜ਼ਿੰਮੇਵਾਰ ਵਿਅਕਤੀ ਨੂੰ ਦੇ ਕੇ ਜਾਣੀ ਹੈ। ਜਿੱਦਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਇੱਕ ਸਿੱਖ ਲਹਿਣੇ ਨੂੰ ਦੇ ਦਿੱਤੀ, ਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਸਾਖੀ ਵਾਲੇ ਦਿਹਾੜੇ ਪੰਥ ਨੂੰ ਦੇ ਦਿੱਤੀ ਗੁਰਿਆਈ, ਜ਼ਿੰਮੇਵਾਰੀ। ਇਹ ਜਦੋਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਬੈਠਾ, ਸੋਢੀ ਪਾਤਸ਼ਾਹ ਉਹ ਸੋਢੀ ਪਾਤਸ਼ਾਹ ਗੋਂਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਲੱਗੇ ਨੇ, ਤੇ ਗੁਰਿਆਈ ਜਿਹੜੀ ਆ ਉਹ ਆਪਣੇ ਛੋਟੇ ਪੁੱਤ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਉਹਨਾਂ ਨੇ। ਹਾਲਾਂਕਿ ਵੱਡਾ ਪ੍ਰਿਥੀ ਚੰਦ ਆ, ਮਹਾਂਦੇਵ ਆ, ਗੁਰੂ ਅਰਜਨ ਦੇਵ ਤੀਸਰੇ ਥਾਂ ਤੇ ਆ। ਤੇ ਜਦੋਂ ਹੁਣ ਗੁਰਿਆਈ ਛੋਟੇ ਪੁੱਤ ਨੂੰ ਮਿਲ ਗਈ ਆ, ਤੇ ਵੱਡੇ ਨੂੰ ਸਾੜਾ ਪੈਦਾ ਹੋ ਗਿਆ। ਇੱਥੋਂ ਇਹ ਜਿਹੜੀ ਸ਼ਹੀਦੀ ਸ਼ੁਰੂ ਹੁੰਦੀ ਆ, ਇੱਥੋਂ ਆਰੰਭ ਹੁੰਦੀ ਹੈ। ਇਹ ਚੰਦੂ ਇਸ ਦਾ ਇਕੱਲਾ ਦੋਸ਼ੀ ਨਹੀਂ ਹੈ, ਦੋਸ਼ੀ ਹੈ।
ਹੋਰ ਵੀ बड़े ने 10-15। ਤੇ ਉਹ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੋਂਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਨੇ। ਗੁਰੂ ਅਰਜਨ ਦੇਵ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਗੁਰਿਆਈ ਜਿਹੜੀ ਆ ਉਹ ਛੋਟੇ ਪੁੱਤ ਗੁਰੂ ਅਰਜਨ ਦੇਵ ਨੂੰ ਦੇ ਜਾਂਦੇ ਨੇ। ਤੇ ਵੱਡੇ ਦੇ ਮਨ ਵਿੱਚ ਈਰਖਾ ਪੈਦਾ ਹੋ ਗਈ ਵੀ ਮੈਂ ਵੱਡਾ ਸਾਂ ਤੇ ਹੱਕ ਮੇਰਾ ਕਿਉਂ ਲੈ ਗਿਆ। ਕਰਤਾਰਪੁਰ ਵੀ ਇਹੋ ਕੁਛ ਹੋਇਆ। ਭਾਈ ਗੁਰਦਾਸ ਨੇ ਇੱਕ ਵਾਰ ਲਿਖੀ ਹੈ, ਉਹ ਕਹਿੰਦੇ ਨੇ ਬਾਲ ਜਤੀ ਹੈ ਸ਼੍ਰੀ ਚੰਦ ਬੇਬਾਣਾ ਦੋਰਾ ਬਣਾਇਆ, ਲਖਮੀ ਦਾਸੂ ਧਰਮ ਚੰਦ ਪੋਤਾ ਹੋ ਕੇ ਆਪ ਗਣਾਇਆ, ਦਾਤੂ ਦਾਤੂ ਮੰਜੀ ਬਿਠਾਲਿਆ ਦਾਸੂ ਸਦਾਇਨ ਸਿਖਿਆਇਆ, ਮੋਹਨ ਕੰਬਲਾ ਹੋਇਆ ਚਬਾਰਾ ਮੋਰੀ ਮਨਾਇਆ, ਮੀਣਾ ਹੋਇਆ ਪ੍ਰਥੀਆ ਕਰ ਕਰ ਤੌਡਕ ਬਰਲ ਚਲਾਇਆ। ਜਦੋਂ ਵੀ 10 ਗੁਰੂਆਂ ਨੂੰ ਇਹ ਮੁਸ਼ਕਲ ਆਈ ਆ ਵੀ ਜਦੋਂ ਗੁਰਿਆਈ ਇੱਕ ਥਾਂ ਤੋਂ ਦੂਸਰੇ ਥਾਂ ਤੇ ਗਈ ਆ ਤੇ ਬੜੀਆਂ ਬੜੀਆਂ ਮੁਸ਼ਕਲਾਂ ਆਈਆਂ ਨੇ, ਪਰ ਜਿਸ ਕੀ ਵਾਸਤ ਤਿਸੇ ਕਰ ਆਵੇ, ਜਿਸ ਕੀ ਵਾਸਤ ਤਿਸੇ ਕਰ ਆਵੇ, ਬੈਠਾ ਸੋਢੀ ਪਾਤਸ਼ਾਹ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ। ਇਹ ਹੁਣ ਜਿਸ ਕੀ ਵਾਸਤ ਸੇ ਕਰ ਆਵੇ, ਇਹ ਕੋਈ ਆਪਣੇ ਧੱਕੇ ਨਾਲ ਲੈਣ ਵਾਲੀ ਚੀਜ਼ ਨਹੀਂ ਹੈ। ਮੇਰੇ ਬਾਪ ਦੀ ਜਾਇਦਾਦ ਦਾ ਮੈਂ ਹੱਕਦਾਰ ਵਾਂ, ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਜਿਹੜੀਆਂ ਰੱਬੀਆਂ ਦਾਤਾਂ ਹੁੰਦੀਆਂ ਨੇ, ਰੱਬੀਆਂ ਬਖਸ਼ਾਂ ਹੁੰਦੀਆਂ ਨੇ ਕਿ ਪਿਓ ਦੀ ਜਾਇਦਾਦ ਨਹੀਂ ਹੈ ਵੀ ਤੁਹਾਨੂੰ ਮਿਲ ਜਾਵੇ। ਆਪਨ ਬਾਪੇ ਨਹੀਂ ਕਿਸੀ ਕੋ ਪਾਵਨ ਕੋ ਹਰ ਰਾਜਾ। ਇਹ ਮੇਰੇ ਬਾਪ ਦੀ ਜਾਇਦਾਦ ਨਹੀਂ ਮੈਂ ਗੱਦੀ ਤੇ ਬਹਿ ਸਕਾਂ ਗੁਰੂ ਕੀ ਦੀ। ਇਹ ਤੇ ਜਿਹੜਾ ਉਹਦੀ ਸੇਵਾ ਸਿਮਰਨ ਕਰੂਗਾ, ਜਿਹੜਾ ਉਹਨਾਂ ਦੀ ਪ੍ਰੀਖਿਆ ਵਿੱਚ ਪੂਰਾ ਉਤਰੂਗਾ ਤੇ ਗੁਰੂ ਉਹਨੂੰ ਬਖਸ਼ਿਸ਼ ਕਰ ਦੇਵੇਗਾ। ਤੇ ਅਸੀਂ ਕਹਿੰਦੇ ਆ ਵੀ ਮੈਂ ਘਰ ਵਿੱਚ ਵੱਡਾ ਵਾਂ ਤੇ ਗੁਰਿਆਈ ਮੇਰੇ ਕੋ ਆ ਜਾਵੇ, ਇਹ ਕਿਵੇਂ ਹੋ ਸਕਦਾ ਹੈ? ਆਪਣ ਬਾਪੇ ਨਹੀਂ ਕਿਸੀ ਕੋ ਪਾਵਨ ਕੋ ਹਰ ਰਾਜਾ। ਨਾਮ ਦਾ ਖਜ਼ਾਨਾ, ਰੱਬੀ ਰਹਿਮਤਾਂ ਦਾ ਖਜ਼ਾਨਾ, ਇਹ ਸਾਡੇ ਬਾਪ ਦੀ ਜਾਇਦਾਦ ਨਹੀਂ ਹੈ ਜਿੱਤੇ ਮੈਂ ਦਾਵਾ ਕਰਾਂ। ਇਹ ਤੇ ਜਿਹੜਾ ਗੁਰੂ ਦੀ ਸੇਵਾ ਸਿਮਰਨ ਕਰੇਗਾ ਗੁਰੂ ਉਹ ਤੇ ਬਖਸ਼ਾਂ ਕਰ ਦਿੰਦਾ ਹੈ। ਉਹ ਫਿਰ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਆਪਣੇ ਵੱਡੇ ਪੁੱਤ ਨੂੰ ਵੀ ਛੱਡ ਦਿੱਤਾ ਤੇ ਮਹਾਦੇਵ ਨੂੰ ਛੱਡ ਦਿੱਤਾ, ਦੇਵ ਨੂੰ ਗੁਰਿਆਈ ਦੇ ਦਿੱਤੀ। ਤੇ ਮੈਂ ਕਹਿ ਰਿਹਾ ਸੀ ਵੀ ਜਦੋਂ ਜਦੋਂ ਵੀ ਗੁਰੂਆਂ ਸਾਹਿਬਾਂ ਨੂੰ ਮੁਸ਼ਕਲ ਆਈ ਆ, ਜਦੋਂ ਗੁਰਿਆਈ ਅੱਗੇ ਗਈ ਆ ਤੇ ਵੱਡੀਆਂ ਵੱਡੀਆਂ ਮੁਸ਼ਕਲਾਂ ਆਈਆਂ। ਬਾਬੇ ਬਕਾਲੇ ਗੋਲੀ ਚੱਲੀ ਹੈ, ਕਰਤਾਰਪੁਰ ਸਾਹਿਬ ਲਹਿਣਾ ਜੀ ਨੂੰ ਛੱਡਣਾ ਪੈ ਗਿਆ, ਦਿੱਤਾ ਛੋੜ ਕਰਤਾਰਪੁਰ। ਕਾਰਨ ਇਹੋ ਸੀ ਵੀ ਹੱਕ ਸੀ ਸ਼੍ਰੀ ਚੰਦ ਦਾ ਮਿਲ ਗਿਆ ਲਹਿਣੇ ਨੂੰ। ਗੁਰੂ ਨਾਨਕ ਸਾਹਿਬ ਨੇ ਆਖਿਆ ਸ਼੍ਰੀ ਚੰਦ ਨੂੰ ਵੀ ਤੂੰ ਮੇਰੀ ਜਿਹੜੀ ਜਾਇਦਾਦ ਉਸ ਦਾ ਤੇ ਮਾਲਕ ਹੋ ਸਕਦਾ ਹੈ, ਜਿਹੜੀ ਰੱਬੀ ਬਖਸ਼ਾ ਨੇ ਉਹਦਾ ਤੂੰ ਮਾਲਕ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਗੋਂਦਵਾਲ ਸਾਹਿਬ ਦੀ ਧਰਤੀ ਤੇ ਪ੍ਰਿਥੀ ਚੰਦ ਨੇ ਵਿਰੋਧਤਾ ਸ਼ੁਰੂ ਕਰ ਦਿੱਤੀ। ਗੁਰੂ ਰਾਮਦਾਸ ਗੋਂਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਨੇ ਤੇ 10ਵਾਂ ਹੋਇਆ ਜਿਹਨੂੰ ਅਸੀਂ ਦੁਸਹਿਰੇ ਤੇ ਭੋਗ ਪਾਉਣਾ। ਚਲੋ ਅੱਗੋਂ ਪਿੱਛੋਂ ਵੀ ਪਾ ਸਕਦੇ, ਕੋਈ ਵੱਡੀ ਗੱਲ ਨਹੀਂ, ਕੋਈ ਜ਼ਰੂਰੀ ਨਹੀਂ ਵੀ ਅਸੀਂ 10ਵੇਂ ਤੇ ਮਰਗ ਦਾ ਭੋਗ ਪਾਉਣਾ, 12ਵੇਂ ਤੇ ਪਾ ਲਓ, 8ਵੇਂ ਤੇ ਪਾ ਲਓ, ਜਦੋਂ ਚੰਗਾ ਲੱਗੇ ਉਦੋਂ ਪਾ ਲਓ, ਕੋਈ ਵੱਡੀ ਬਾਤ ਨਹੀਂ, ਇਸ ਪਾਬੰਦੀ ਨਹੀਂ ਹੈ। ਉਹ ਫਿਰ ਜਿੱਦਣ 10ਵਾਂ ਸੀ ਭੋਗ ਸੀ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਦਾ ਸਰੀਰ ਛੱਡਣ ਦੇ ਬਾਅਦ 10ਵੇਂ ਦਿਨ, ਤੇ ਪੱਗ ਜਿਹੜੀ ਸੀ ਪੱਗ ਦਾ ਹੱਕਦਾਰ ਸੀ ਪ੍ਰਿਥੀ ਚੰਦ। ਜਿੱਥੋਂ ਇਹ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਮੁੱਢ ਵੱਜਦਾ ਹੈ ਉਹ ਗੋਂਦਵਾਲ ਸਾਹਿਬ ਦੀ ਧਰਤੀ ਤੋਂ। ਗੁਰੂ ਅਰਜਨ ਦੇਵ ਉਸ ਦਿਨ 18 ਸਾਲ ਦੇ ਨੇ। ਉੱਦਾਂ ਦੇ 43
ਸਾਲ ਦੀ ਉਮਰ 'ਚ ਜਾ ਕੇ 43 ਇੰਨੀ ਕੁ ਸ਼ਾਇਦ 42 43 ਸਾਲ ਜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਪਰ ਇਹ ਸ਼ਹੀਦੀ ਦਾ ਜਿਹੜਾ ਮੋਢਾ 18 ਸਾਲ ਦੀ ਉਮਰ ਗੋਂਦਵਾਲ ਸਾਹਿਬ ਦੀ ਧਰਤੀ ਤੋਂ ਵੱਜ ਜਾਂਦਾ ਹੈ। ਹੁਣ ਜਦੋਂ ਉਹ ਪੱਗ ਦੀ ਰਸਮ ਹੋਣ ਲੱਗੀ ਹੈ, ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਦਾ ਦੁਸਹਿਰਾ ਵਾ, ਤੇ ਹੱਕ ਜਿਹੜਾ ਸੀ ਉਹ ਪ੍ਰਿਥੀ ਚੰਦ ਨਾਲ ਬਣਦਾ ਸੀ, ਕਿਉਂਕਿ ਘਰ ਵਿੱਚ ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰ ਜੇ ਨਾ ਤੇ ਅਸੀਂ ਪੱਗ ਦੀ ਇੱਕ ਰਸਮ ਅਦਾ ਕਰਦੇ ਹਾਂ। ਮੈਂ ਤਾਂ ਬੜਾ ਹੈਰਾਨ ਹੁੰਦਾ ਕਦੀ ਕਦੀ ਜਾਇਦਾ ਭੋਗਾਂ ਦੇ। ਹੁਣ ਜਦੋਂ ਘਰ ਦਾ ਕੋਈ ਮੁਖੀ ਮਰ ਚੜ੍ਹਾਈ ਕਰ ਜੇ ਤੇ ਉਦੋਂ ਵੱਡੇ ਪੁੱਤ ਨੂੰ ਘਰ ਦੇ ਜ਼ਿੰਮੇਵਾਰੀਆਂ ਦੀ ਇੱਕ ਚੀਜ਼ ਦਿੱਤੀ ਜਾਂਦੀ ਵੀ ਤੇਰੇ ਸਿਰ ਤੇ ਹੁਣ ਜ਼ਿੰਮੇਵਾਰੀ। ਪੱਗ ਦਾ ਮਤਲਬ ਕੀ ਹੁੰਦਾ? ਜ਼ਿੰਮੇਵਾਰੀ। ਹੁਣ ਇਹ ਪੱਗ ਪਿਓ ਵਾਲੀ ਪੱਗ ਪੁੱਤ ਦੇ ਸਿਰ ਤੇ ਬੰਨ੍ਹ ਦਿੱਤੀ ਗਈ ਵੀ ਤੂੰ ਜ਼ਿੰਮੇਵਾਰ ਹੈ ਇਸ ਘਰ ਦਾ ਹੁਣ। ਤੇ ਮੈਂ ਬੜਾ ਕਰੀ ਬੜਾ ਹਾਸਾ ਵੀ ਕਰੀ ਆਉਂਦਾ ਜਦੋਂ ਮਰਗ ਤੇ ਕਿਤੇ ਜਾਈਦਾ। ਇੱਥੇ ਮੈਂ ਗਿਆ ਕਿਸੇ ਦੇ ਘਰ, ਮਾਈ ਚੜ੍ਹਾਈ ਕਰ ਗਈ ਸੀ। ਬੰਦਾ ਤਾਂ ਜੀਂਦਾ ਸੀ, ਉਹ ਮਾਈ ਚੜ੍ਹਾਈ ਕਰ ਗਈ ਤੇ ਮਾਈ ਦੀ ਵੀ ਪੱਗ ਵੱਡੇ ਮੁੰਡੇ ਨੂੰ ਦੇਤੀ। ਦੱਸੋ ਮਾਈਆਂ ਪੱਗਾਂ ਬੰਨ੍ਹਦੀਆਂ ਹੁੰਦੀਆਂ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੱਗ ਤਾਂ ਪਿਓ ਮਰੇ ਤੇ ਪੁੱਤ ਨੂੰ ਮਿਲਦੀ ਹੁੰਦੀ। ਹੁਣ ਮਾਈ ਮਰ ਗਈ ਕਿਸੇ ਦੀ ਤੇ ਉਹਦੀ ਪੱਗ ਲੋਕੀ ਦੇਣ ਲੱਗ ਪਏ ਆ। ਉਹ ਪੱਗ ਵਾਲਾ ਤਾਂ ਜੇ ਪਿਓ ਘਰ 'ਚ ਬੈਠਾ ਤੇ ਤੁਸੀਂ ਪੱਗਾਂ ਮਾਈਆਂ ਦੀਆਂ ਵੀ ਦੇਣ ਲੱਗ ਪਏ। ਹੁਣ ਇਹ ਕਿੱਧਰ ਨੂੰ ਸਮਾਜ ਤੁਰ ਗਿਆ? ਕੋਈ ਗਿਆਨ ਨਾਮ ਦੀ ਚੀਜ਼ ਨਹੀਂ ਸਾਡੀ ਕੌਮ ਦੇ ਕੋਲ ਹੈਗੀ। ਪਿਓ ਦੀ ਪੱਗ ਹੁੰਦੀ ਆ ਕਿ ਬੇਬੇ ਦੀ ਵੀ ਪੱਗ ਹੁੰਦੀ ਆ? ਪਿਓ ਬੈਠਾ ਵਾ, ਬੇਬੇ ਚੜ੍ਹਾਈ ਕਰ ਗਈ ਤੇ ਉਹ ਪੱਗ ਵੱਡੇ ਮੁੰਡੇ ਨੂੰ ਦੇ ਦਿੰਦੇ ਨਾ। ਬੁੱਢੇ ਨੂੰ ਤੁਸੀਂ ਹੁਣ ਘਰੋਂ ਕਢਾਉਣਾ ਪੱਗ ਦੇ ਕੇ? ਇਹ ਕੋਈ ਤਾਂ ਲੋਕੋ ਕੋ ਸਮਝ ਕਰੋ ਥੋੜ੍ਹੀ ਬਹੁਤੀ। ਉੱਥੇ ਫਿਰ ਕਹੀਦਾ ਨਹੀਂ ਲੋਕਾਂ ਨੂੰ, ਉਹ ਬੁਰਾ ਮਨਾ ਜਾਂਦੇ ਆ। ਨਾ ਮਰਦ ਦੀ ਪੱਗ ਹੁੰਦੀ ਆ, ਇਸਤਰੀ ਦੀ ਪੱਗ ਨਹੀਂ ਹੁੰਦੀ। ਬਜ਼ੁਰਗ ਚੜ੍ਹਾਈ ਕਰੇ ਤੇ ਵੱਡੇ ਮੁੰਡੇ ਨੂੰ ਪੱਗ ਦੇਣੀ ਚਾਹੀਦੀ। ਜੇ ਕੋਈ ਬੀਬੀ ਚੜ੍ਹਾਈ ਕਰਦੇ ਉਹਦੀ ਪੱਗ ਦੀ ਰਸਮ ਨਹੀਂ ਹੋਣੀ ਚਾਹੀਦੀ। ਲੋਕੀ ਕਰਨ ਲੱਗ ਪਏ ਦੇਖੋ ਦੇਖੀ। ਉਹ ਫਿਰ ਹੋਇਆ ਕਿ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਚੜ੍ਹਾਈ ਕਰ ਗਏ ਨੇ, ਸਰੀਰ ਛੱਡ ਗਏ ਨੇ ਤੇ ਪੱਗ ਦੀ ਰਸਮ ਹੋਣ ਲੱਗੀ ਗੋਂਦਵਾਲ ਸਾਹਿਬ। ਤੇ ਵੱਡੇ ਪੁੱਤ ਨੂੰ ਪੱਗ ਮਿਲਣੀ ਆ। ਸਾਹਿਬ ਜੀ ਹੋਰ ਬੜੇ ਨਾਮਵਰ ਸਿੱਖ, ਭਾਈ ਪਾਰੋ ਵਰਗੇ ਜੀ, ਭਾਈ ਭਗੀਰਥ ਵਰਗੇ ਜੀ, ਨਾਮਵਰ ਬ੍ਰਹਮ ਗਿਆਨੀ ਬੜੇ ਬੈਠੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰੀਰ ਛੱਡ ਗਏ ਤੇ ਪੱਗ ਹੁਣ ਜਿਹੜੀ ਆ ਉਹ ਹੱਕ ਪ੍ਰਿਥੀ ਚੰਦ ਦਾ ਬਣਦਾ ਤੇ ਉਹ ਘਰਦਿਆਂ ਵੱਲੋਂ ਪੱਗ ਜਿਹੜੀ ਆ ਗੁਰੂ ਅਰਜਨ ਦੇਵ ਨੂੰ ਨਹੀਂ ਦਿੱਤੀ। ਪੱਗ ਜਿਹੜੀ ਆ ਉਹ ਪ੍ਰਿਥੀ ਚੰਦ ਦੇ ਸਿਰ ਤੇ ਬੰਨ੍ਹ ਦਿੱਤੀ। ਜਦੋਂ ਪ੍ਰਿਥੀ ਚੰਦ ਦੇ ਸਿਰ ਤੇ ਬੰਨ੍ਹ ਦਿੱਤੀ ਤੇ ਉਹ ਕਹਿਣ ਲੱਗਾ ਲੋਕਾਂ ਨੂੰ ਵੀ ਜਿਹੜੀ ਗੁਰਿਆਈ ਦੀ ਪੱਗ ਆ ਮੈਨੂੰ ਵੱਜ ਗਈ ਆ। ਮਰਨੇ ਦੀ ਸੀ। ਕਵੀ ਗਿਆਨੀ ਗਿਆਨ ਸਿੰਘ ਨੇ ਲਿਖਦੇ ਨੇ ਕਿ ਮਰਨੇ ਕੀ ਪੱਗ ਪ੍ਰਿਥੀ ਬੱਧੀ, ਗੁਰਿਆਈ ਕੀ ਪੱਗ ਗੁਰੂ ਅਰਜਨ ਲੱਦੀ। ਉਹਨੇ ਕਹਿਤਾ ਮੈਂ ਗੁਰੂ ਹਾਂ, ਮੈਨੂੰ ਪੱਗ ਮਿਲ ਗਈ। ਪ੍ਰਿਥੀ ਚੰਦ ਕਹਿਣ ਲੱਗਾ ਤੇ ਸੰਗਤਾਂ ਨੇ ਆਖਿਆ ਤੈਨੂੰ ਤੇ ਮਰਨੇ ਦੀ ਪੱਗ ਬੱਧੀ ਆ, ਤੂੰ ਵੱਡਾ ਵਾਂ ਘਰ ਵਿੱਚੋਂ। ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਦੀ ਪੱਗ ਗੁਰੂ ਅਰਜਨ ਲੱਦੀ। ਇਹ ਪੱਗ ਜਿਹੜੀ ਸੀ ਇਹ ਤੇ ਗੁਰੂ ਅਰਜਨ ਦੇਵ ਨੂੰ ਗੁਰੂ ਰਾਮਦਾਸ ਆਪਣੇ ਜੀਂਦਿਆਂ ਜੀ ਬੰਨ੍ਹ ਗਏ ਨੇ। ਇੱਕ ਹੋਰ ਗੱਲ ਵਾ, ਹੁਣ ਮੈਂ ਉਧਰ ਨਾ ਹੀ ਜਾਵਾਂ, ਗੱਲ ਮੇਰੀ ਹੋ ਜਾਣੀ। ਤੇ ਮਾਰ ਨੇ ਵੀ ਕਿਹਾ ਕੁਲਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਲਗਜ, ਚੂਆ ਖੱਡ ਨਾ ਮਾਵਈ ਤਿਕਲ ਬੰਨੇ ਸੱਜ। ਇੱਕ ਤੇ ਇਹ ਜਿਹੜੀ ਚੂਹੇ ਦੀ ਖੱਡ ਹੁੰਦੀ ਉਹ ਬੜੀ ਛੋਟੀ ਹੁੰਦੀ, ਚ ਚੂਹਾ ਹੀ ਜਾ ਸਕਦਾ। ਤੇ ਦੂਸਰਾ ਚੂਹੇ ਦੇ ਪੂਛ ਨਾਲ ਕੋਈ ਛੱਜ ਬੰਨ ਦੇਵੇ ਤੇ ਫਿਰ ਕਿਵੇਂ ਉਹ ਰੁੱਡ 'ਚ ਵੜ ਜੂਗਾ। ਮਰ ਚੂਹਾ ਖੱਡ ਨਾ ਮਾਵਈ ਤਿਕਲ ਬੰਨੇ ਛੱਜ। ਕਿਸੇ ਚੂਹੇ ਦੀ ਪੂਛ ਨੂੰ ਛੱਜ ਬੰਨ ਦਿਓ, ਉਹ ਰੁੱਡ 'ਚ ਵੜ ਜੂ। ਇਹ ਵੱਡੀਆਂ ਸੰਪਰਦਾਵਾਂ, ਇਹ ਕਿੱਦਾਂ ਪਾਰ ਉਤਾਰਾ ਹੋਊਗਾ? ਇਹਦੀਆਂ ਜ਼ਿੰਮੇਵਾਰੀਆਂ ਕੌਣ ਸਾਂਭੂਗਾ? ਖੈਰ ਉਹਨੇ ਫਿਰ ਕਹਿਤਾ ਵੀ ਇਹ ਪੱਗ ਮੈਨੂੰ ਵੱਜ ਗਈ। ਪ੍ਰਿਥੀ ਚੰਦ ਕਹਿਣ ਲੱਗਾ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਨਹੀਂ, ਤੁਹਾਨੂੰ ਪੱਗ ਗੁਰਿਆਈ ਦੀ ਨਹੀਂ ਵੱਜੀ ਹੋਈ। ਗੁਰਿਆਈ ਦੀ ਪੱਗ ਤੇ ਗੁਰੂ ਅਰਜਨ ਦੇਵ ਜੀ ਕੋ ਆ। ਕਹਿਣ ਲੱਗਾ ਨਾ ਮੇਰੇ ਕੋ ਆ। ਉਹ ਕਹਿਣ ਲੱਗੇ ਤੈਨੂੰ ਮਰਨੇ ਦੀ ਪੱਗ ਬੱਧੀ ਹੈ ਪ੍ਰਿਥੀ ਚੰਦ ਜੀ, ਤੁਹਾਨੂੰ ਮਰਨੇ ਦੀ ਆ। ਉਹਨੇ ਕਿਹਾ ਨਾ। ਉਹਨੇ ਫਿਰ ਗੁਰੂ ਅਰਜਨ ਦੇਵ ਗੋਂਦਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਜਾਂਦੇ ਨੇ, ਕਿਉਂਕਿ ਇੱਥੇ ਕਾਰਜ ਚੱਲ ਰਹੇ ਸੀ।
ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਸੀ, ਕਿਉਂਕਿ ਉਹਨਾਂ ਦਾ ਜਿਹੜਾ ਘਰ ਸੀ ਇੱਥੇ ਸੀ ਆਪਣੇ ਅੰਮ੍ਰਿਤਸਰ ਸਾਹਿਬ। ਇੱਥੇ ਆਣ ਕੇ ਪ੍ਰਿਥੀ ਚੰਦ ਨੇ ਐਲਾਨ ਕਰ ਦਿੱਤਾ ਵੀ ਗੁਰੂ ਅਰਜਨ ਦੇਵ ਗੁਰੂ ਨਹੀਂ ਆ, ਮੈਂ ਗੁਰੂ ਆ। ਤੇ ਦੁਬਿਧਾ ਖੜੀ ਹੋ ਗਈ। ਕੁਝ ਸੰਗਤਾਂ ਗੁਰੂ ਅਰਜਨ ਦੇਵ ਜੀ ਕੋਲ ਆਉਣ ਲੱਗ ਪਈਆਂ, ਕੁਝ ਸੰਗਤਾਂ ਪ੍ਰਿਥੀ ਚੰਦ ਕੋਲ ਜਾਣ ਲੱਗ ਪਈਆਂ। ਉਹ ਕਹਿਣ ਲੱਗਾ ਪੱਗ ਮੈਨੂੰ ਵੱਜ ਗਈ। ਗੁਰੂ ਅਰਜਨ ਦੇਵ ਜੀ ਕਹਿਣਗੇ ਪੱਗ ਸਾਨੂੰ ਵੱਜੀ ਹੋਈ ਹੈ। ਇਹ ਹੋਇਆ ਕੀ ਫਿਰ? ਇਹ ਸੰਗਤਾਂ ਗੁੰਮਰਾਹ ਹੋ ਗਈਆਂ। ਤੇ ਫਿਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੇ ਫਿਰ ਇੱਕ ਉਪਰਾਲਾ ਕੀਤਾ। ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਆ ਨਾ ਅੰਮ੍ਰਿਤਸਰ ਦੇ ਬਾਹਰ-ਬਾਹਰ, ਉੱਥੇ ਜਿਹੜੇ ਬਾਹਰੋਂ ਸੰਗਤਾਂ ਆਉਂਦੀਆਂ ਸੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਉੱਥੇ ਸੰਗਤਾਂ ਨੂੰ ਬਿਠਾ ਲੈਂਦੇ ਸੀ ਤੇ ਕਹਿੰਦੇ ਸੀ ਵੀ ਗੁਰੂ ਤੁਹਾਡਾ ਗੁਰੂ ਅਰਜਨ ਦੇਵ ਆ, ਪ੍ਰਿਥੀ ਚੰਦ ਦੇ ਡੇਰੇ ਨਹੀਂ ਤੁਸੀਂ ਜਾਣਾ, ਉਹਦੇ ਘਰ ਨਹੀਂ ਜਾਣਾ। ਤੇ ਚਲੋ ਬਾਬਾ ਜੀ ਨੇ, ਬਾਬਾ ਬੁੱਢਾ ਜੀ ਨੇ ਸਾਵਧਾਨ ਸੰਗਤਾਂ ਨੂੰ ਕਰ ਦਿੱਤਾ। ਪਰ ਉਹਦੇ ਅੰਦਰ ਪ੍ਰਿਥੀ ਚੰਦ ਦੇ ਈਰਖਾ ਬੜੀ। ਉਹਨਾਂ ਦੇ ਰਾਗੀ ਸੀ ਸੱਤਾ ਬਲਵੰਡ ਜੀ, ਉਹਨਾਂ ਨੂੰ ਵੀ ਗੁਰੂ ਅਰਜਨ ਦੇਵ ਨੂੰ ਤੋੜ ਕੇ ਬਾਬਾ ਪ੍ਰਿਥੀ ਚੰਦ ਨੇ ਆਪਣੇ ਨਾਲ ਮਿਲਾ ਲਿਆ। ਇੱਥੋਂ ਤੱਕ ਵੀ ਗੁਰੂ ਅਰਜਨ ਦੇਵ ਨੂੰ ਮਿਹਣੇ ਮਾਰਨੇ ਵੀ ਇਹਦੇ ਘਰ ਕਿਹੜੀ ਔਲਾਦ ਹੈਗੀ ਆ, ਇਹਨੇ ਉਸ ਤਰ੍ਹਾਂ ਹੀ ਜਾਣਾ ਤੇ ਕੋਈ ਨਹੀਂ, ਸਾਰੀ ਜਿਹੜੀ ਜਾਇਦਾਦ ਆ ਇਹ ਸਾਨੂੰ ਮਿਲ ਜਾਣੀ ਆ। ਕੈਸੀਆਂ ਬਾਤਾਂ। ਲੋਭ ਕਿੰਨਾ ਹਾਵੀ ਆ, ਈਰਖਾ ਕਿੰਨੀ ਸਾੜ ਰਹੀ ਪ੍ਰਿਥੀ ਚੰਦ ਨੂੰ। ਮੈਂ ਕਹਿ ਰਿਹਾ ਸੀ ਸਾਰੀ ਜ਼ਿੰਦਗੀ ਸਾੜਦਾ ਰਿਹਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਨੂੰ। ਗੁਰੂ ਅਰਜਨ ਦੇਵ ਨਹੀਂ ਸੜੇ, ਠੰਡੇ ਸਨ। ਕਲ ਤਾਤੀ ਠੰਡਾ ਹਰਨਾਓ। ਉਹ ਫਿਰ ਈਰਖਾ ਵੱਧਦੀ ਗਈ ਤੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਇੱਕ ਪੁੱਤ ਨੇ ਜਨਮ ਲਿਆ, ਛੇਵੇਂ ਪਾਤਸ਼ਾਹ ਨੇ। ਮੈਂ ਕਹਿ ਰਿਹਾ ਸੀ ਇਹ ਜਿਹੜੀ ਸ਼ਹੀਦੀ ਦੀ ਗੱਲ ਕਿੱਥੋਂ ਆਰੰਭ ਹੁੰਦੀ ਹੈ? ਇਹ ਗੋਂਦਵਾਲ ਸਾਹਿਬ ਤੋਂ ਆਰੰਭ ਹੁੰਦੀ ਹੈ, ਇਹ ਘਰ ਚੋਂ ਆਰੰਭ ਹੁੰਦੀ ਆ। ਭਰਾ ਨਾਲ ਭਰਾ ਈਰਖਾ ਕਰ ਰਿਹਾ ਹੈ। ਕਿਸੇ ਵਿਦਵਾਨ ਨੇ ਦੋ ਗੱਲਾਂ ਲਿਖੀਆਂ। ਉਹ ਕਹਿੰਦਾ ਹਰ ਜ਼ਿੰਦਗੀ ਮੇਂ ਹੁਨਰ ਹੋਣਾ ਚਾਹੀਦਾ। ਬੰਦੇ ਕੋ ਕੋਈ ਨਾ ਕੋਈ ਗੁਣ ਹੋਣਾ ਚਾਹੀਦਾ ਜਿਹਦੇ ਆਸਰੇ ਆਪਣਾ ਰੋਟੀ ਪਾਣੀ ਖਾ ਲਵੇ। ਹੁਨਰ ਤੋਂ ਬਿਨਾਂ ਫਿਰ ਜ਼ਿੰਦਗੀ ਚੱਲਦੀ ਨਹੀਂ ਹੈ। ਕਿਸੇ ਨੂੰ ਤਬਲਾ ਵਜਾਉਣਾ ਆਉਂਦਾ, ਕਿਸੇ ਨੂੰ ਹਾਰਮੋਨੀਆ, ਕਿਸੇ ਨੂੰ ਕੋਈ ਕਥਾ ਤੋਂ ਪੈਸੇ ਕਮਾਉਂਦੇ ਆ, ਕੋਈ ਕੁਛ ਧੰਦਾ ਕਰਕੇ ਕਮਾ ਰਿਹਾ ਹੈ। ਸਭ ਇਹ ਧੰਦੇ ਹੀ ਆ। ਸਾਡਾ ਕਥਾ ਕੀਰਤਨ ਵੀ ਧੰਦਾ ਹੀ ਬਣਿਆ ਹੋਇਆ। ਹਾਲਾਂਕਿ ਧਰਮ ਹੀ, ਇਹ ਧਰਮ ਨੂੰ ਅਸੀਂ ਧੰਦਾ ਬਣਾ ਦਿੱਤਾ। ਗਿਆਨੀ ਧਿਆਨੀ ਬਹੁ ਵਿਦੇਸੀ ਇਹ ਜਗ ਸਗਲੋ ਧੰਦਾ, ਸਭ ਧੰਦੇ ਹੀ ਕਰ ਰਹੇ ਨੇ। ਉਹ ਕਹਿੰਦਾ ਹਰ ਜ਼ਿੰਦਗੀ ਮੇਂ ਹੁਨਰ ਹੋਣਾ ਚਾਹੀਦਾ। ਹੁਨਰ ਤੋਂ ਬਿਨਾਂ ਜ਼ਿੰਦਗੀ ਲੰਘਦੀ ਨਹੀਂ ਹੈ। ਹਾਲਾਂਕਿ ਇੱਥੋਂ ਤੱਕ ਵੀ ਕਿਹਾ ਵੀ ਜਿੱਦਣ ਸੁਕਰਾਤ ਨੂੰ ਸਜ਼ਾ ਹੋ ਗਈ ਵੀ ਸਵੇਰੇ ਤੈਨੂੰ ਜ਼ਹਿਰ ਦਾ ਪਿਆਲਾ ਪਿਆਉਣਾ ਤੇ ਤੂੰ ਮਰ ਜਾਣਾ, ਤੇ ਉਸ ਪਹਿਲੀ ਰਾਤ ਸਾਰੀ ਰਾਤ ਉਹ ਬੰਸਰੀ ਵਜਾਉਣਾ ਸਿੱਖਦਾ ਰਿਹਾ। ਕਹਿੰਦਾ ਇੱਕ ਰਾਤ ਸਾਡੇ ਕੋਲ ਪਈ ਹੈ, ਮੈਂ ਸਵੇਰ ਤੱਕ ਬੰਸਰੀ ਵਜਾਉਣੀ ਸਿੱਖ ਲੈਣੀ ਆ। ਗੁਣ ਸਿੱਖਦਾ ਰਿਹਾ। ਉਹ ਕਹਿੰਦਾ ਹਰ ਜ਼ਿੰਦਗੀ ਮੇਂ ਹੁਨਰ ਹੋਣਾ ਚਾਹੀਦਾ। ਅਗਰ ਜੰਗ ਆਪਣੇ ਭਰਾ ਨਾਲ ਲੱਗੀ ਹੋਏ, ਆਪਣਿਆਂ ਨਾਲ ਲੱਗੀ ਹੋਏ ਤੇ ਹਾਰ ਜਾਣਾ ਚਾਹੀਦਾ। ਲੜਾਈ ਤੁਹਾਡੇ ਆਪਣਿਆਂ ਨਾਲ ਲੱਗੀ ਹੋਈ ਆ ਤੇ ਹਾਰ ਜਾਣਾ ਚਾਹੀਦਾ। ਹੱਥ ਦੌੜ ਜੋੜੇ ਚੜਨਾ, ਭਰਾ ਨਾ ਲੜੇ। ਤੇ ਹੁਣ ਲੜਦਾ ਹੀ ਭਰਾ ਨਾ ਵਾ। ਕੀ ਕਿੱਧਰ ਨੂੰ ਦੁਨੀਆ ਤੁਰ ਗਈ ਹੈ? ਕਿੰਨਾ ਸਾੜਾ, ਕਿੰਨਾ ਈਰਖਾ ਜਿਹੜਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਨਾਲ ਕਰਦਾ ਸੀ, ਸਾਡੇ ਅੰਦਰ ਵੀ ਉਸੇ ਤਰ੍ਹਾਂ ਹੀ ਸਾੜਾ ਵਾ। ਪਾਠ ਪੂਜਾ ਅਸੀਂ ਕਰੀ ਜਾਂਦੇ ਆ, ਪਰ ਸਾੜਾ ਉਸੇ ਤਰ੍ਹਾਂ ਹੀ ਆ। ਉਹ ਫਿਰ ਗੁਰੂ ਅਰਜਨ ਦੇਵ ਦੇ ਘਰ ਜਦੋਂ ਇੱਕ ਪੁੱਤ ਨੇ ਜਨਮ ਲੈ ਲਿਆ ਤੇ ਪ੍ਰਿਥੀ ਚੰਦ ਫਿਰ ਸੜ ਗਿਆ। ਪਹਿਲਾਂ ਤਾਂ ਉਹਨੇ ਸੱਤੇ ਬਲਵੰਡੇ ਨੂੰ ਆਪਣੇ ਵੱਲ ਕੀਤਾ, ਰਾਗੀ ਨੂੰ। ਹੁਣ ਜਦੋਂ ਸੜ ਗਿਆ, ਈਰਖਾ ਕਰਨ ਲੱਗ ਪਿਆ ਤੇ ਮਾਫ ਕਰਨਾ, ਫਿਰ ਉਹ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਨੂੰ ਛੱਡ ਕੇ ਨਾ, ਅੰਮ੍ਰਿਤਸਰ ਨੂੰ ਛੱਡ ਕੇ ਇੱਕ ਲਾਗੇ ਵਡਾਲੀ ਪਿੰਡ ਵਾ, ਉੱਥੇ ਚਲੇ ਜਾਂਦੇ ਨੇ। ਪਹਿਲਾਂ ਛੇਵੇਂ ਪਾਤਸ਼ਾਹ ਦੇ ਜਨਮ ਤੋਂ ਪਹਿਲਾਂ ਉੱਥੇ ਫਿਰ ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਉਹਨਾਂ ਦੀ ਯਾਦ ਵਿੱਚ ਛੇਹਲਟਾਂ ਵਾਲਾ ਖੂਹ ਗੁਰੂ ਅਰਜਨ ਦੇਵ ਲਾਉਂਦੇ ਨੇ। ਉਦੋਂ ਇਹੋ ਜਿਹੀਆਂ ਗੱਲਾਂ ਬੜੀਆਂ ਹੁੰਦੀਆਂ ਸੀ। ਹੁਣ ਇੱਕ ਹੋਰ ਗੱਲ ਹੈ, ਮੈਂ ਵਿੱਚੋਂ ਕਹਿਦਾ ਮੁੜ ਕੇ ਭੁੱਲ ਨਾ ਜਾਵੇ। ਆ ਜਿਹੜੀ ਕਹਿੰਦੇ ਛਬੀਲ ਲਾਉਣੀ, ਛਬੀਲ, ਤੇ ਛਬੀਲ ਦਾ ਅਰਥ
ਜਿੱਦਾਂ ਅਸੀਂ ਕਹਿੰਦੇ ਨਾ ਸਾਡੇ ਕੋਲ ਦਿੱਲੀ ਸ਼ਹਿਰ ਦੇ ਵਿੱਚ ਗੁਰਦੁਆਰਾ ਨਾਨਕ ਪਿਓ ਸਾਹਿਬ, ਪਿਓ ਦਾ ਮਤਲਬ ਪਾਣੀ ਪਿਉਣ ਵਾਲੀ ਜਗ੍ਹਾ, ਪੀਣ ਵਾਲੀ ਜਗ੍ਹਾ, ਨਾਨਕ ਪਿਓ ਸਾਹਿਬ ਵੀ ਉਹ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਪਾਣੀ ਪਿਆਇਆ ਜਾਂ ਜਿੱਥੋਂ ਪਾਣੀ ਪੀਤਾ ਜਾ ਉਹਨੂੰ ਕਹਿੰਦੇ ਨੇ ਪਿਓ। ਤੇ ਛਬੀਲ ਦਾ ਅਰਥ ਆ ਜਿੱਥੋਂ ਪਾਣੀ ਪੀ ਸਕੋ ਤੁਸੀਂ। ਛਬੀਲ ਦਾ ਅਰਥ ਕੀ ਆ? ਪਾਣੀ ਪੀਣ ਵਾਲੀ ਜਗ੍ਹਾ। ਪਿਓ ਕਹਿ ਲਓ, ਪਾਣੀ ਪੀਣ ਵਾਲੀ ਜਗ੍ਹਾ ਕਹਿ ਲਓ, ਅਰਥ ਇੱਕ ਹੀ ਆ। ਇਹ ਕੋਈ ਅਰਬੀ ਦਾ ਸ਼ਬਦ ਆ, ਛਬੀਲ। ਤੇ ਪਾਣੀ ਜਿੱਥੋਂ ਤੁਸੀਂ ਪਾਣੀ ਪੀ ਸਕੋ ਉਸ ਜਗ੍ਹਾ ਨੂੰ ਕਹਿੰਦੇ ਨੇ ਛਬੀਲ। ਤੋ ਖੈਰ ਉੱਥੇ ਫਿਰ ਜਦੋਂ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ, ਉੱਥੇ ਮਹਾਰਾਜ ਸ਼ੇਰ ਹੱਟਾ ਖੂਹ ਲਾ ਕੇ ਦਿੰਦੇ ਨੇ। ਤੇ ਇੱਧਰ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਛੇਵੇਂ ਪਾਤਸ਼ਾਹ ਦਾ ਜਨਮ ਹੋ ਜਾਂਦਾ ਹੈ, ਪ੍ਰਕਾਸ਼ ਦਸੀ ਮਾਸੀ ਬਾਲਕ ਜਨਮ ਲਿਆ, ਵਧੀ ਵੇੜ ਬਹੁ ਪੀੜੀ ਚਾਲੀ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉੱਪਰ ਉਪਜਿਆ ਸੰਜੋਗ, ਮਾਤਾ ਕੇ ਉਦਰ में आया किया निवास, माता के मन बहुत विगास, जम्या पूत भगत गोबिंद का, प्रगटिया सब में लिखिया तुरका, दसी मासी बालक जन्म लिया। कई कहते जन्म नहीं कहना, बाणी ने लिखिया भी जन्म ही लिया। ਉਹ ਫਿਰ ਇੱਧਰ ਹੁਣ ਈਰਖਾ ਵੱਧ ਗਈ ਹੈ। ਇਹ ਸ਼ਹੀਦੀ ਕਿੱਥੋਂ ਸ਼ੁਰੂ ਹੁੰਦੀ ਆ? ਈਰਖਾ ਵੱਧ ਗਈ ਆ। ਪ੍ਰਿਥੀ ਚੰਦ ਨੇ ਆਖਿਆ ਵੀ ਹੁਣ ਕਿਸ ਤਰ੍ਹਾਂ ਇਹਨਾਂ ਦੇ ਪੁੱਤ ਨੂੰ ਖਤਮ ਕੀਤਾ ਜਾਵੇ। ਉਹਨਾਂ ਨੇ ਫਿਰ ਇੱਕ ਦਾਈ ਨੂੰ ਭੇਜਿਆ ਸਿਖਾ ਕੇ ਵੀ ਤੁਸੀਂ ਆਪਣੇ ਇਸ ਤਰ੍ਹਾਂ ਦੇ ਜ਼ਹਿਰ ਲਾ ਕੇ ਤੇ ਬੱਚੇ ਨੂੰ ਦੁੱਧ ਚੰਗਾ ਦਿਓ ਤੇ ਬੱਚਾ ਮਰ ਜਾਊਗਾ। ਪਰ ਇਹ ਦਾਈ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਇਹ ਚਾਰਾ ਨਹੀਂ ਚੱਲ ਸਕਿਆ। ਫਿਰ ਪ੍ਰਿਥੀ ਚੰਦ ਨੇ ਇੱਕ ਹੋਰ ਬੰਦਾ ਭੇਜਿਆ, ਬ੍ਰਾਹਮਣ ਭੇਜਿਆ, ਤੇ ਉਹਨੂੰ ਕਿਹਾ ਵੀ ਤੁਸੀਂ ਜਾ ਕੇ ਛੇਵੇਂ ਪਾਤਸ਼ਾਹ ਨੂੰ ਕੋਈ ਜ਼ਹਿਰ ਵਾਲੀ ਚੀਜ਼ ਖਵਾ ਦਿਓ। ਉਹਨਾਂ ਦੇ ਘਰ ਪੁੱਤ ਜੰਮਿਆ, ਜ਼ਹਿਰ ਵਾਲੀ ਚੀਜ਼ ਖਵਾ ਦਿਓ। ਤੇ ਪਰ ਉੱਥੇ ਵੀ ਕੋਈ ਚਾਰਾ ਨਹੀਂ ਚੱਲਿਆ। ਤੇ ਗੁਰੂ ਅਰਜਨ ਦੇਵ ਨੇ ਜਦੋਂ ਵੇਖ ਲਿਆ ਬ੍ਰਾਹਮਣ ਦੀ ਕਰਤੂਤ ਵੀ ਸਾਡੇ ਪੁੱਤ ਨੂੰ ਮਾਰਨ ਆਇਆ ਸੀ, ਉੱਥੇ ਫਿਰ ਮਹਾਰਾਜ ਨੇ ਇੱਕ ਬਚਨ ਉਚਾਰਨ ਕੀਤਾ, ਦੁਸ਼ਟ ਬਾਹਮਣ ਲੇਪ ਨ ਲਾਗੋ ਤਿਲਕਾ ਮੂਲ। ਕੁਛ ਨਹੀਂ ਹੋਇਆ ਮੇਰੇ ਪੁੱਤ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ, ਬੜੇ ਮਾਰਨੇ ਆਏ। ਲੇਪ ਨ ਲਾਗੋ ਤਿਲਕਾ ਮੂਲ, ਦੁਸ਼ਟ ਬਾਹਮਣ ਹੁਆ ਮੋਏ ਕੇ ਸੂਲ। ਉਹ ਮਾਰਨ ਆਇਆ, ਉਹਦੇ ਪੇਟ ਵਿੱਚ ਐਸੀ ਦਰਦ ਪੈਦਾ ਹੋ ਗਈ, ਉਹ ਬ੍ਰਾਹਮਣ ਹੀ ਮਰ ਗਿਆ। ਹਰ ਜਨ ਰਾਖੇ ਗੁਰ ਗੋਬਿੰਦਾ, ਪਾਪੀ ਮੂਆ ਗੁਰ ਪ੍ਰਤਾਪ। ਉਹ ਬ੍ਰਾਹਮਣ ਮਰ ਗਿਆ ਜਿਹੜਾ ਪ੍ਰਿਥੀ ਚੰਦ ਨੇ ਭੇਜਿਆ ਸੀ ਵੀ ਉਹਨਾਂ ਦੇ ਪੁੱਤ ਨੂੰ ਜ਼ਹਿਰ ਦੇ ਦਿਓ। ਫਿਰ ਇੱਕ ਉਹਨਾਂ ਦਾ ਸਪੇਰਾ ਭੇਜਿਆ ਵੀ ਜਾ ਕੇ ਉਹਨਾਂ ਦੇ ਘਰ ਵਿੱਚ ਸੱਪ ਛੱਡ ਦਿਓ ਜਿੱਥੇ ਬੱਚਾ ਖੇਡਦਾ ਹੋਊਗਾ। ਵੇਖੋ ਇਹ ਭਰਾ ਨਾ ਕਰ ਰਿਹਾ ਹੈ। ਬੜੇ ਲੰਮੇ ਸਮੇਂ ਬਾਅਦ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਉਹਨਾਂ ਦੇ ਘਰ ਪੁੱਤ ਜੰਮਿਆ ਹੈ, ਤੇ ਭਰਾ ਕੀ ਕਰਨ ਦਿਆ? ਪ੍ਰਿਥੀ ਚੰਦੂ ਦਾ ਇੰਨਾ ਰੋਲ ਨਹੀਂ ਹੈ ਜਿੰਨਾ ਘਰਦਿਆਂ ਦਾ ਰੋਲ ਹੈ। ਬੜੇ ਲੰਮੇ ਸਮੇਂ ਬਾਅਦ ਭਰਾ ਦੇ ਘਰ ਔਲਾਦ ਜੰਮੀ ਹੈ ਤੇ ਦੂਜਾ ਭਰਾ ਹੁਣ ਖਤਮ ਕਰਨਾ ਚਾਹੁੰਦਾ ਹੈ। ਇੱਕ ਸਪੇਰਾ ਭੇਜਿਆ ਵੀ ਜਾ ਕੇ ਜਿੱਥੇ ਬੱਚਾ ਖੇਡਦਾ ਉਹਦੇ ਸੱਪ ਛੱਡ ਦਿਓ ਤੇ ਉਹ ਸੱਪ ਲੜ ਜੂਗਾ ਤੇ ਉਹ ਮਰ ਜੂਗਾ। ਜ਼ਹਿਰੀਲਾ ਸੱਪ ਛੱਡਣਾ ਇਹ ਵੀ ਕਿਹਾ ਸਪੇਰੇ ਨੂੰ। ਉਹ ਜੋਗੀ ਸੱਪ ਲੈ ਕੇ ਛੇਵੇਂ ਜਿੱਥੇ ਗੁਰੂ ਅਰਜਨ ਦੇਵ, ਵੇਖੋ ਪਹਿਲੋਂ ਤਾਂ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਅੰਮ੍ਰਿਤਸਰ ਛੱਡ ਕੇ ਵਡਾਲੀ ਆ ਗਏ। ਇੱਥੇ ਕੋਈ ਈਰਖਾ ਨਾ ਕਰੂਗਾ, ਪਰ ਜਿਹੜੀ ਈਰਖਾ ਦੀ ਅੱਗ ਵਾ ਗਿਆ ਬੁਝਦੀ ਥੋੜਾ ਕਿਸੇ ਦੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਖਿਆ ਵੀ ਇੱਥੇ ਈਰਖਾ ਲੋਕੀ ਬੜੇ ਕਰਦੇ ਨੇ ਬਾਬੇ ਬਕਾਲੇ, ਤੇ ਅਸੀਂ ਉੱਥੇ ਆਨੰਦਪੁਰ ਸਾਹਿਬ ਚਲ ਜਾਂਦੇ ਹਾਂ, ਪਰ ਈਰਖਾ ਅੰਦਰੋਂ ਥੋੜਾ ਬੁਝਦੀ ਕਿਸੇ ਦੀ। ਉਹ ਸਪੇਰਾ ਸੱਪ ਲੈ ਕੇ ਗਿਆ ਤੇ ਸੱਪ ਉੱਥੇ ਛੱਡ ਦਿੱਤਾ ਜਿੱਥੇ ਬੱਚੇ ਅਵਸਥਾ ਵਿੱਚ ਛੇਵੇਂ ਪਾਤਸ਼ਾਹ, ਛੋਟੀ ਜਿਹੀ ਉਮਰ ਵਾ। ਤੇ ਜਦੋਂ ਸੱਪ ਛੇਵੇਂ ਪਾਤਸ਼ਾਹ ਵੱਲ ਗਿਆ ਤੇ ਮਹਾਰਾਜ ਨੇ ਉਹਨੂੰ ਸਿਰਿਓਂ ਫੜ ਕੇ ਤੇ ਮਸਲ ਦਿੱਤਾ, ਸੱਪ ਮਾਰ ਦਿੱਤਾ। ਪ੍ਰਿਥੀ ਚੰਦ ਦੀ ਉਹ ਵੀ ਭੈੜੀ ਕਰਤੂਤ ਦਾ ਪਤਾ ਲੱਗ ਗਿਆ।
ਫਿਰ ਉਹਨਾਂ ਨੇ ਇੱਕ ਹੋਰ ਚਾਰਾ ਕੀਤਾ ਛੇਵੇਂ ਪਾਤਸ਼ਾਹ ਨੂੰ, ਉਹਨਾਂ ਦੇ ਭਰਾ ਦੇ ਪੁੱਤ ਨੂੰ ਖਤਮ ਕਰਨ ਵਾਸਤੇ, ਗੁਰੂ ਅਰਜਨ ਦੇਵ ਦੇ। ਇੱਕ ਉਹਨਾਂ ਦਾ ਸਾਥੀ ਉਹਨਾਂ ਦੇ ਨਾਲ ਖੇਡਦਾ ਹੁੰਦਾ ਸੀ ਤੇ ਉਹਨੂੰ ਮਠਿਆਈ ਦਿੱਤੀ ਜ਼ਹਿਰ ਵਾਲੀ। ਆਖਿਆ ਵੀ ਇਹ ਜ਼ਹਿਰ ਵਾਲੀ ਮਠਿਆਈ ਤੂੰ ਆਪਣੇ ਸੰਗੀ ਨੂੰ ਖਵਾਉਣੀ ਆ। ਇੱਕ ਖੀਸੇ ਵਿੱਚ ਜ਼ਹਿਰ ਵਾਲੀ ਪਾਤੀ ਤੇ ਇੱਕ ਖੀਸੇ ਵਿੱਚ ਚੰਗੀ ਪਾਤੀ। कहता भी ਜ਼ਹਿਰ ਵਾਲੀ ਆਪਣੇ ਸਾਥੀ ਨੂੰ ਖਵਾ ਦਿਓ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਚੰਗੀ ਤੁਸੀਂ ਆਪ ਖਾ ਲਿਓ। ਉਹ ਇਹ ਕੀ ਹੋਇਆ ਵੀ ਉਹ ਜਿਹੜੀ ਜ਼ਹਿਰ ਵਾਲੀ ਸੀ, ਜਦੋਂ ਬੱਚਾ ਖਾਣ ਗਿਆ ਛੇਵੇਂ ਪਾਤਸ਼ਾਹ ਨੂੰ, ਜ਼ਹਿਰ ਵਾਲੀ ਉਹਨੇ ਆਪ ਖਾ ਲਈ ਤੇ ਚੰਗੀ ਛੇਵੇਂ ਪਾਤਸ਼ਾਹ ਨੂੰ ਖਵਾ ਦਿੱਤੀ। ਇਹ ਇੱਕ ਭਰਾ ਕਰ ਰਿਹਾ ਇਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਲ। ਨਾ ਜਦੋਂ ਕੋਈ ਚਾਰਾ ਚੱਲਿਆ, ਫੇਲ ਹੋ ਗਿਆ ਪ੍ਰਿਥੀ ਚੰਦ। फिर ये दिल्ली दरबार अकबर को जाके शिकायत लेके जाता, कहन लगा मैं वड्डा वां घर विचों, मेरा हक बनदा सी, मेरे हक उत्ते डाका पै गया, मेरे हक नूं ਪ੍ਰਿਥੀ ਚੰਦ ਲੈ ਗਿਆ। क्या बात आ, जे गुरु अर्जन देव दे नाल रहिंदा, संगतां दी सेवा करदा, सिमरन करदा ते बड़ियां बख्शा होणीਆਂ सी। ਉਹ ਕਰਨ ਲੱਗ ਗਿਆ सेवा सिमरन ਦੀ बजाय ਕਰਨ ਲੱਗ ਪਿਆ ਈਰਖਾ। ਈਰਖਾ ਨਾਲ ਥੋੜਾ ਕੁਝ ਮਿਲਦਾ ਭਾਈ। ਉਹ ਜਦੋਂ ਸਰਕਾਰੀ ਦਰਬਾਰੇ ਪ੍ਰਿਥੀ ਚੰਦ ਫਰਿਆਦ ਲੈ ਕੇ ਜਾਂਦਾ ਕਿ ਮੇਰਾ ਹੱਕ ਸੀ, ਪ੍ਰਿਥੀ ਚੰਦ ਨੇ ਕਿਹਾ ਮੇਰਾ ਭਰਾ ਛੋਟਾ ਲੈ ਗਿਆ। ਤੇ ਬਾਦਸ਼ਾਹ ਸਿਆਣਾ ਸੀ ਅਕਬਰ, ਉਹਨੇ ਵਿਚਾਰ ਕੀਤੀ ਆਪਣੇ ਮੰਤਰੀਆਂ ਵੀ ਇਹ ਮਸਲਾ ਕੀ ਆ, ਕਿਵੇਂ ਹੱਲ ਹੋ ਸਕਦਾ। ਫਿਰ ਮੰਤਰੀਆਂ ਨੇ ਸਲਾਹ ਦਿੱਤੀ ਇਹ ਜਿਹੜੀ ਗੁਰਿਆਈ ਆ, ਇਹ ਕਿਸੇ ਬੰਦੇ ਦਾ ਹੱਕ ਨਹੀਂ ਹੈ, ਇਹ ਰੱਬੀ ਬਖਸ਼ਾ ਨੇ, ਇਹ ਜਿੱਤੇ ਹੋ ਜਾਣ ਉੱਤੇ ਹੁੰਦੀਆਂ, ਦੂਜਿਆਂ ਤੇ ਨਹੀਂ ਹੁੰਦੀਆਂ। ਉਹ ਬਚਨ ਭੱਟਾ ਨੇ ਕੀਤਾ, ਗੁਰ ਅਰਜਨ ਸ਼ਿਰ ਛਤਰ ਆਪ ਪਰਮੇਸ਼ਰ ਦਿਓ, ਗੁਰ ਅਰਜਨ ਸ਼ਿਰ ਛਤਰ ਆਪ ਪਰਮੇਸ਼ਰ ਦਿਓ। ਇਹ ਗੁਰਿਆਈ ਦਾ ਛਤਰ ਤਾਂ ਪਰਮੇਸ਼ਰ ਨੇ ਗੁਰੂ ਅਰਜਨ ਦੇਵ ਨੂੰ ਦਿੱਤਾ, ਤੇ ਹੁਣ ਇਹ ਖੋ ਕੌਣ ਸਕਦਾ ਹੈ। ਉਹ ਫਿਰ ਅਕਬਰ ਬਾਦਸ਼ਾਹ ਨੇ ਆਖਿਆ ਵੀ ਨਹੀਂ, ਕੋਈ ਤੇਰੇ ਨਾਲ ਕੋਈ ਦੁਨਿਆਵੀ ਧੱਕੇਸ਼ਾਹੀ ਹੋਈ ਹੈ, ਤੇਰੀ ਜਾਇਦਾਦ ਤੇ ਕਿਸੇ ਨੇ ਕਬਜ਼ਾ ਕੀਤਾ ਤੇ ਦੱਸ, ਉਹ ਦਵਾ ਦੇਵਾਂਗੇ। ਇਹ ਜਿਹੜੀ ਗੁਰਿਆਈ ਵਾਲੀ ਬਾਤ ਆ, ਇਹ ਤੇ ਗੁਰੂ ਪੀਰ ਦੀ ਆਪਣੀ ਕੋਈ ਬਖਸ਼ਿਸ਼ ਹੁੰਦੀ, ਉਹ ਜਿਹਨੂੰ ਦੇ ਜਾਣ ਉਹਨਾਂ ਨੂੰ ਮਿਲਦੀ ਆ। ਉੱਥੋਂ ਵੀ ਫਿਰ ਇਹ ਵਾਪਸ ਆ ਗਿਆ, ਦਾ ਚਾਰਾ ਚੱਲਿਆ ਨਹੀਂ, ਪਰ ਅੰਦਰ ਦਿਨੇ ਰਾਤ ਸੜੀ ਜਾਂਦਾ ਹੈ। ਕਿਸ ਤਰ੍ਹਾਂ ਮੈਂ ਤੇ ਜੇ ਗੁਰੂ ਅਰਜਨ ਦੇਵ ਦੇ ਚਰਨੀ ਢੱਠ ਜਾਂਦਾ ਤੇ ਮਹਾਰਾਜ ਨੂੰ ਪਾਰ ਉਤਾਰਾ ਕਰ ਦੇਣਾ ਸੀ। ਗੁਰੂ ਅਰਜਨ ਦੇਵ ਵੀ ਅਰਦਾਸ ਕਰਦੇ ਰਹੇ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਉਹ ਚਾਰਾ ਨਹੀਂ ਚੱਲਿਆ, ਮਜੂਸ ਹੋ ਕੇ ਬਹਿ ਗਿਆ। ਫਿਰ ਇਹਨੇ ਕੀ ਕੀਤਾ ਵੀ ਜਦੋਂ ਗੁਰੂ ਅਰਜਨ ਦੇਵ ਨੇ ਹਰਮੰਦਰ ਸਾਹਿਬ ਬਣਾਉਣਾ ਸ਼ੁਰੂ ਕਰ ਦਿੱਤਾ ਨਾ, ਤੇ ਇਹਨੇ ਲਾਹੌਰ ਉਧਰ ਜਾ ਕੇ ਪਰੇ ਪਾਕਿਸਤਾਨ ਵਾਲੇ ਹੇਰ ਪਿੰਡ ਵਾ, ਉੱਥੇ ਵੀ ਆਪਣਾ ਸਰੋਵਰ ਪੁੱਟਣਾ ਸ਼ੁਰੂ ਕਰ ਦਿੱਤਾ। ਲੋ ਬਿਲਡਿੰਗਾਂ ਕਰਕੇ ਥੋੜਾ ਕੋਈ ਕਿਸੇ ਦੀ ਪੂਜਾ ਹੋ ਸਕਦੀ ਆ। ਚਲੋ ਅੱਜ ਦੁਨੀਆ ਹੁਣ ਉਹਨਾਂ ਬਾਬਿਆਂ ਬ੍ਰਹਮ ਗਿਆਨੀਆਂ ਗੁਰੂਆਂ ਨੂੰ ਮੰਨਦੀ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਨੇ, ਵੱਡੀਆਂ ਵੱਡੀਆਂ ਕਾਰਾਂ ਨੇ, ਜਾਂ ਰੋਜ਼ ਆਪਣੀ ਪੱਗ ਦਾ ਰੰਗ ਬਦਲ ਦਿੰਦੇ ਨੇ। ਕੈਸੀ ਬਾਤਾਂ ਹੋ ਰਹੀਆਂ ਧਰਤੀ ਤੇ। ਗੁਰੂ ਅਰਜਨ ਦੇਵ ਇੱਥੇ ਹਰਮੰਦਰ ਸਾਹਿਬ ਬਣਾਉਣ ਲੱਗ ਪਏ ਨੇ, ਤੇ ਪ੍ਰਿਥੀ ਚੰਦ ਪਰਾਂ ਪਾਕਿਸਤਾਨ ਵਾਲੇ ਪਾਸੇ ਜਾ ਕੇ ਹੇਰ ਪਿੰਡ ਵਿੱਚ ਸਰੋਵਰ ਪੁਟਾਉਣ ਲੱਗ ਪਿਆ ਸੰਗਤਾਂ ਨੂੰ, ਕਿਉਂਕਿ ਸੰਗਤਾਂ ਜੁੜੀਆਂ ਸੀ ਉਹਦੇ ਨਾਲ ਵੀ। ਜੇ ਇੱਥੇ ਸੇਵਾ ਕਰਦਾ ਤਾਂ ਉਹਦਾ ਭਲਾ ਹੋ ਜਾਣਾ ਸੀ, ਉਹ ਪਰਾਂ ਜਾ ਕੇ ਕਰਨ ਲੱਗ ਪਿਆ। ਤੇ ਉਹਨੇ ਆਪਣੇ ਤੇ ਮੁੜ ਕੇ ਉਹਨੇ ਚਿਰ ਨੂੰ ਜਿਹੜਾ ਬਾਦਸ਼ਾਹ ਅਕਬਰ ਸੀ ਉਹ ਚੜ੍ਹਾਈ ਕਰ ਜਾਂਦਾ, ਫਿਰ ਜਹਾਂਗੀਰ ਆ ਜਾਂਦਾ ਹੈ। ਉਹ ਸਰੋਵਰ ਪਟਾਉਂਦੇ ਆ, ਉੱਥੇ ਇੱਟਾਂ ਪਕਾਉਣ ਵਾਸਤੇ ਆਵੇ ਲਾਏ ਹੋਏ ਨੇ। ਤੇ ਲਾਹੌਰ ਦਰਬਾਰ ਵਿੱਚ ਫੇਰ ਸ਼ਿਕਾਇਤ ਕਰਦਾ ਕਿ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਇਨਸਾਫ ਦਿਓ। ਹਰਮੰਦਰ ਸਾਹਿਬ ਮੇਰਾ ਬਣਨਾ ਚਾਹੀਦਾ, ਗੁਰੂ ਅਰਜਨ ਦੇਵ ਕਿਉਂ ਹਰਮੰਦਰ ਸਾਹਿਬ ਬਣਾਉਂਦਾ ਇਹਨੇ। ਇਹ 1588 ਵਿੱਚ ਨੀਂਹ ਪੱਥਰ ਰੱਖਿਆ ਗਿਆ ਦਰਬਾਰ ਸਾਹਿਬ ਦਾ, ਜੋ ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਹੋਣਾ ਸੱਚੇ ਪਾਤਸ਼ਾਹ ਨੇ ਰੱਖਿਆ ਹੈ। ਕੋਈ ਕਹਿੰਦੇ ਸਾਈਆਂ ਮੀਆਂ, ਕੋਈ ਇਤਿਹਾਸ ਦਾ ਹਵਾਲਾ ਨਹੀਂ ਹੈਗਾ ਸਾਈਂ ਮੀਆਂ ਮੀਰ ਵਾਲੀ ਬਾਤ ਦਾ। ਇਹ ਤਾਂ ਐਵੇਂ ਗੱਲਾਂ ਲੋਕੀ ਬਣਾ ਲੈਂਦੇ ਨੇ। ਚਲੋ ਹੋ ਵੀ ਸਕਦਾ, ਕੋਈ ਵੱਡੀ ਬਾਤ ਵੀ ਨਹੀਂ ਕੀਤੀ। ਉਹ ਫਿਰ ਜਾ ਕੇ ਫੇਰ ਕਹਿੰਦਾ ਵੀ ਹਰਮੰਦਰ ਸਾਹਿਬ ਮੈਂ ਬਣਾਉਂਦਿਆਂ ਉਹ ਸਰੋਵਰ ਮੈਂ ਵੀ ਬਣਾ ਲਿਆ, ਤੇ ਮੇਰਾ ਹੱਕ ਮੈਨੂੰ ਦਵਾਓ, ਗੁਰੂ ਅਰਜਨ ਦੇਵ ਦਾ ਬੰਦ ਕਰਾਓ, ਹਰਮੰਦਰ ਸਾਹਿਬ ਸਰੋਵਰ ਬੰਦ ਕਰਾਓ। ਸ਼ਿਕਾਇਤ ਲਾਤੀ ਤੇ ਉਹ ਸੁਲੀ ਖਾਨ ਜਿਹੜਾ ਸੀ
ਇੱਕ ਵਾਰੀ ਹੋਰ ਗੱਲ ਆਉਂਦੀ ਆ ਵੀ ਜਦੋਂ ਗੁਰੂ ਅਰਜਨ ਦੇਵ ਇੱਕ ਵਾਰੀ ਨਾ ਗੋਂਦਵਾਲ ਸਾਹਿਬ ਧਰਤੀ ਤੇ ਆਏ ਤੇ ਇੱਥੋਂ ਦੀ ਬੀਰਬਲ ਲੰਘਿਆ ਤੇ ਉਹਨੇ ਗੁਰੂ ਅਰਜਨ ਦੇਵ ਨੂੰ ਆਖਿਆ ਵੀ ਤੂੰ ਗੁਰਿਆਈ ਵਾਲੀ ਕੰਮ ਛੱਡ ਦੇ, ਨਹੀਂ ਤੇ ਮੈਂ ਜੇ ਆਉਂਦਿਆਂ ਤੱਕ ਤੈਨੂੰ ਵੇਖਿਆ ਨਾ ਇਦਾਂ ਬੈਠਿਆ ਸੰਗਤ ਵਿੱਚ ਗੁਰਿਆਈ ਲਾ ਕੇ, ਇਹ ਹੱਕ ਵੱਡੇ ਦਾ ਪ੍ਰਤੀ ਚੰਦ ਆਪਣੇ ਭਰਾ ਨੂੰ ਦੇ ਦੇ, ਜੇ ਮੁੜ ਕੇ ਮੈਂ ਤੈਨੂੰ ਵੇਖਿਆ ਤੇ ਫਿਰ ਮੈਂ ਤੇਰੇ ਨਾਲ ਦੋ ਹੱਥ ਕਰੂੰਗਾ ਆਣ ਕੇ। ਗੁਰੂ ਅਰਜਨ ਦੇਵ ਸ਼ਾਂਤ ਬੈਠੇ ਰਹੇ, ਜਿੱਦਾਂ ਹਮਾਜੂ ਗੁਰੂ ਅੰਗਦ ਸਾਹਿਬ ਉੱਤੇ ਤਲਵਾਰ ਲੈ ਕੇ ਖਲੋ ਗਿਆ। ਸੱਚੇ ਪਾਤਸ਼ਾਹ ਬੈਠੇ ਰਹੇ ਅਡੋਲ, ਕਹਿਣ ਲੱਗੇ ਓਏ ਬਾਦਸ਼ਾਹ ਇਹ ਪੀਰਾਂ ਉੱਤੇ ਫਕਰਾਂ ਉੱਤੇ ਤਲਵਾਰਾਂ ਕੱਢੀ ਦੀਆਂ ਨੇ, ਇਹ ਤਲਵਾਰਾਂ ਮੈਦਾਨੇ ਜੰਗ ਵਿੱਚ ਚਲਾਉਣ ਵਾਸਤੇ ਹੁੰਦੀਆਂ ਕਿ ਫਕਰਾਂ ਉੱਤੇ ਚਲਾਈ ਦੀਆਂ ਨੇ ਜਿਹੜੇ ਆਪਣੇ ਸਥਾਨਾਂ ਤੇ ਬੈਠੇ ਹੋਣ। ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ, ਬਾਂਹ ਉੱਥੇ ਦੀ ਉੱਥੇ ਰਹਿ ਗਈ ਤਾਂ ਨੂੰ। ਇਹ ਜਿਹੜੀਆਂ ਬੰਦੂਕਾਂ ਬਦਾਕਾਂ ਤਲਵਾਰਾਂ ਇਹਨਾਂ ਦੇ ਕੋਈ ਕਾਇਦੇ ਕਾਨੂੰਨ ਹੁੰਦੇ ਨੇ, ਐਵੇਂ ਜਣਾ ਖਣਾ ਬੰਦੂਕਾਂ। ਮੈਂ ਉਧਰ ਵੀ ਗਿਆ ਸੀ, ਕੋਈ ਕੀਰਤਨ ਕਰ ਆਉਂਦਾ 4 ਬੰਦੂਕਾਂ ਨਾਲ ਲੈ ਕੇ ਆਉਂਦਾ। ਇੱਕ ਇਹੋ ਜਿਹੇ ਕੀਰਤਨ ਨਾ ਹੀ ਹੋਣ ਤੇ ਚੰਗੀ ਗੱਲ, ਇਹੋ ਜਿਹੀ ਕਥਾ ਨਾ ਹੀ ਹੋਵੇ ਜਿੱਥੇ ਬੰਦੂਕਾਂ ਲੈ ਕੇ ਖਲੋਤੇ ਹੋਣ ਲੋਕੀ। ਕੀ ਕਰਨਾ ਇਹੋ ਜਿਹੀ ਕਥਾ ਨੂੰ, ਕੀਰਤਨ ਨੂੰ, ਜਿੱਥੇ ਬੰਦੂਕਾਂ ਹੀ ਹੋਣ। ਉਹ ਜਦੋਂ ਬੀਰਬਲ ਨੇ ਆਖਿਆ ਮੈਂ ਤੁਹਾਨੂੰ ਵੇਖੂੰਗਾ, ਗੁਰੂ ਅਰਜਨ ਦੇਵ ਸ਼ਾਂਤ ਬੈਠੇ ਰਹੇ ਤੇ ਸੰਗਤਾਂ ਨੇ ਆਖਿਆ ਮਹਾਰਾਜ ਇਹ ਕੀ ਕਹਿ ਗਿਆ? ਕਹਿੰਦੇ ਕੀ ਕਹਿ ਗਿਆ? ਕਹਿਣ ਲੱਗੇ ਮੈਂ ਤੈਨੂੰ ਆਣ ਕੇ ਵੇਖੂੰਗਾ। ਸਾਹਿਬ ਕਹਿਣ ਲੱਗੇ ਜੇ ਆਊਗਾ ਤੇ ਫੇਰ ਹੀ ਵੇਖੂਗਾ ਨਾ, ਇਹਦੇ ਕੋਲ ਆਇਆ ਹੀ ਨਹੀਂ ਜਾਣਾ। ਉੱਪਰ ਅਫਗਾਨਿਸਤਾਨ ਵਾਲੇ ਪਾਸੇ ਨੂੰ ਤੁਰ ਗਿਆ ਤੇ ਉੱਥੇ ਮਰ ਗਿਆ। ਇੱਕ ਵਾਰੀ ਲਾਹੌਰ ਤੋਂ ਭਗਤ ਚੱਲ ਕੇ ਆਏ, ਕਾਨਾ ਪੀਲੂ ਛੱਜੂ, ਤੇ ਗੁਰੂ ਅਰਜਨ ਦੇਵ ਨੇ ਉਹਨਾਂ ਦੀ ਬਾਣੀ ਨਾਲ ਲਿਖੀ ਤੇ ਬੜੇ ਔਖੇ ਕਹਿੰਦੇ ਜਾ ਕੇ ਲਾਉਣੇ ਸ਼ਿਕਾਇਤ ਤੁਹਾਡੀ ਲਾਹੌਰ, ਤੇ ਤੁਹਾਡੇ ਨਾਲ ਕਰਦੇ ਗੱਲ। ਮਹਾਰਾਜ ਕਹਿੰਦੇ ਲਾਹੌਰ ਪਹੁੰਚੋਗੇ ਤੇ ਫੇਰ ਗੱਲ ਕਰੋਗੇ। ਤੇ ਰਾਹ ਵਿੱਚ ਉਹਨਾਂ ਦਾ ਗੱਡਾ ਪਲਟ ਗਿਆ ਤੇ ਮਰ ਗਏ। ਇਹ ਫਿਰ ਹੁਣ ਜਦੋਂ ਗੁਰੂ ਅਰਜਨ ਦੇਵ ਇੱਥੇ ਸਰੋਵਰ ਬਣਾ ਰਹੇ ਨੇ, ਆਪਣਾ ਹਰਮੰਦਰ ਸਾਹਿਬ ਬਣਾ ਰਹੇ ਨੇ, ਤੇ ਪ੍ਰਿਥੀ ਚੰਦ ਵੀ ਉਹਦੇ ਪਰਲੇ ਪਾਸੇ ਬਣਾਉਣ ਲੱਗ ਪਿਆ। ਇੱਕ ਹੋਰ ਗੱਲ ਜੇ, ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ, ਇਹ ਜਿੱਥੇ ਜਦੋਂ ਇਦਾਂ ਹੁੰਦਾ ਰਿਹਾ, ਇਹ ਪ੍ਰਿਥੀ ਚੰਦ ਉੱਥੇ ਈਰਖਾ ਖੜੀ ਕਰਦਾ ਰਿਹਾ। ਮੈਂ ਇਹ ਪਹਿਲਾਂ ਗੱਲ ਕਹਿ ਲਾਂ ਵੀ ਜਦੋਂ ਉਹ ਉੱਥੇ ਬਣਾਉਣ ਲੱਗ ਪਿਆ ਹੇਰ ਪਿੰਡ, ਤੇ ਸਰਕਾਰੀ ਦਰਬਾਰੇ ਫੇਰ ਸ਼ਿਕਾਇਤ ਲਾਤੀ ਕਿ ਹੱਕ ਮੇਰਾ ਬਣਦਾ, ਤੇ ਉਹ ਸੁਲਹੀ ਖਾਂ ਰਲ ਗਿਆ, ਕਿਉਂਕਿ ਸਰਕਾਰੀ ਦਰਬਾਰੇ ਨੇ ਪਹੁੰਚ ਕਰ ਲਈ। ਤੇ ਉਹਨੇ ਕਿਹਾ ਕੋਈ ਗੱਲ ਨਹੀਂ, ਮੈਂ ਅੰਮ੍ਰਿਤਸਰ ਜਾਊਂਗਾ, ਉਹਨੂੰ ਖਤਮ ਕਰਕੇ ਉਹਦਾ ਸਭ ਘਰ ਕਾਟ ਬਰਬਾਦ ਕਰਕੇ ਤੇ ਮੈਂ ਤੈਨੂੰ ਹੱਕ ਦੇ ਦੂੰਗਾ ਸਾਰਾ ਹੀ। ਸੁਲਹੀ ਕਹਿਣ ਲੱਗਾ ਤੇ ਬਸ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਸੰਗਤਾਂ ਨੇ ਆਣ ਕੇ ਗੁਰੂ ਅਰਜਨ ਦੇਵ ਨੂੰ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਆਹ ਕਹਾਣੀ ਹੋ ਗਈ। ਤੇ ਉਹ ਚੜ੍ਹਾਈ ਕਰਕੇ ਆਉਣ ਲੱਗਾ ਸੁਲਹੀ ਖਾਨ ਨਾਲ। ਪ੍ਰਿਥੀ ਚੰਦ ਵਾ, ਵੇਖੋ ਭਰਾ ਉੱਤੇ ਭਰਾ ਚੜ੍ਹਾਈ ਕਰਾ ਰਿਹਾ। ਇਹ ਹੁਣ ਨਹੀਂ, ਅਸੀਂ ਕਹਿੰਦੇ ਕਲਯੁਗ ਆ ਗਿਆ ਜੀ, ਭਰਾ ਨੂੰ ਮਾਰਨ ਲੱਗ ਪਿਆ, ਪਿਓ ਪੁੱਤਾਂ ਨੂੰ ਮਾਰਨ ਲੱਗ ਪਏ, ਪੁੱਤ ਪਿਓ ਨੂੰ ਮਾਰਨ ਲੱਗ ਪਏ। ਇਹ ਸਦਾ ਹੀ ਹੁੰਦਾ ਆਇਆ ਵਾ। ਚਲੋ ਹੁਣ ਥੋੜਾ ਜਿਹਾ ਇਹਨੇ ਜ਼ੋਰ ਫੜ ਲਿਆ ਕਲਯੁਗ ਨੇ, ਪਰ ਹੁੰਦਾ ਆਇਆ। ਇਹ ਜਦੋਂ ਗੁਰੂ ਅਰਜਨ ਦੇਵ ਨੂੰ ਸੰਗਤਾਂ ਨੇ ਆਣਾ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਪ੍ਰਿਥੀ ਚੰਦ ਚੜ੍ਹਾਈ ਕਰਕੇ ਆਉਣ ਲੱਗਾ, ਉਹ ਸੁਲਹੀ ਖਾਨ ਚੜ੍ਹਾਈ ਕਰਕੇ ਆਉਣ ਲੱਗਾ, ਨਾਲ ਪ੍ਰਿਥੀਆ ਰਲ ਗਿਆ ਵਾ। ਤੇ ਮਹਾਰਾਜ ਕੁਝ ਹੁਣ ਬਚਾਅ ਕਰੀਏ, ਇੱਥੇ ਫੌਜ ਆ ਗਈ, ਆਪਾਂ ਬੈਠੇ ਅੰਮ੍ਰਿਤਸਰ ਤੇ ਬਚਾਅ ਹੋਣਾ ਨਹੀਂਗਾ, ਤੇ ਕਿਵੇਂ ਕਰੀਏ? ਤੇ ਮਹਾਰਾਜ ਕੀ ਕਰਨਾ ਚਾਹੀਦਾ ਭਾਈ? ਸੰਗਤਾਂ ਆਖਣ ਲੱਗੀਆਂ ਤੁਸੀਂ ਆਪਣੀ ਸਫਾਈ ਵਿੱਚ ਇੱਕ ਚਿੱਠੀ ਲਿਖੋ ਲਾਹੌਰ ਨੂੰ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਸੰਗਤਾਂ ਨੇ ਆਖਿਆ ਮਹਾਰਾਜ ਇੱਕ ਚਿੱਠੀ ਲਿਖੋ। ਪ੍ਰਥਮੇ ਮਤਾ ਜੇ ਪੱਤਰੀ ਚਲਾਓ, ਪੱਤਰੀ ਮੈਨੇ ਚਿੱਠੀ ਪੱਤਰ ਜਿਹਨੂੰ ਕਹਿੰਦੇ। ਸੰਗਤਾਂ ਨੇ ਆਖਿਆ ਕੋਈ ਚਿੱਠੀ ਲਿਖੋ ਲਾਹੌਰ ਦਰਬਾਰ ਨੂੰ। ਪ੍ਰਥਮੇ ਮਤਾ ਜੇ ਪੱਤਰੀ ਚਲਾਉ ਤੇ ਦੁਤੀਏ ਮਤਾ ਦੋਏ ਮਾਨੁਖ ਪਹੁੰਚਾਉ। ਕੋਈ ਚਿੱਠੀ ਲਿਖੋ, ਕੋਈ ਆਪਣਾ ਬੰਦਾ ਭੇਜੋ ਲਾਹੌਰ ਦਰਬਾਰ ਵਿੱਚ ਆਪਣੀ ਸਫਾਈ ਦੇਵੇ, ਇੱਥੇ ਫੌਜਾਂ ਨਾ ਚੜ੍ਹ ਕੇ ਆ ਜਾਣ।
साडे उत्ते दरबार साहिब उत्ते, क्योंकि ये लड़न वाली जगह नहीं, फौजां वाली मोर्चों वाली जगह नहीं जिथे मोर्चे बनते रहे। ना ना ना, ये रब्बी जात जुड़न वालियां बातां सी, ये कोई झगड़े वाली जगह नहीं सी प्रकरमा। ना ना ना, मैं इधर ना ही जावां। ਉਹ ਫਿਰ ਦੁਤੀਆ ਮਤਾ ਦੋਏ ਮੌਨਖ ਪਹੁੰਚਾਓ, ਕੋਈ ਬੰਦੇ ਭੇਜੋ ਚੜਾਈ ਨਾ ਕਰਕੇ ਆ ਜੇ ਸਾਡੇ ਉੱਤੇ। ਤੇ ਜੇ ਨਹੀਂ ਇਹ ਕੰਮ ਕਰਨੇ ਤੇ ਫਿਰ ਸੰਗਤਾਂ ਨੇ ਆਖਿਆ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਫਿਰ ਆਪਾਂ ਨੂੰ ਦਰਬਾਰ ਸਾਹਿਬ ਛੱਡ ਕੇ ਅੱਗੇ ਪਿੱਛੇ ਤੁਰ ਜਾਣਾ ਚਾਹੀਦਾ। ਉਹ ਚੜਾਈ ਕਰਕੇ ਆ ਗਿਆ ਤੇ ਇੱਥੇ ਮੁਸ਼ਕਿਲ ਖੜੀ ਹੋ ਜੂ, ਖਤਮ ਕਰ ਦੂ ਸਾਰਿਆਂ ਨੂੰ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। पर गुरु अर्जन देव ने की आख्या, मैं सब किश छोड़ प्रभ तू ही ते आया। मैं सब किश छोड़ प्रभ तू ही ते आया। मैं रब दे आसरे बैठा होया वां ते पृथ्वी दी की पहुंच है ते सुली दी की पहुंच है, साडा कोई नुकसान कर देवे। मैं ना कोई पत्री लिखनी आ, ना मैं कोई बंदा भेजना, ना मैं कुछ करना। मैं ते सब किछ छोड़ प्रभ तू ही ते आया। एक होर बचन आउंदा महाराज दा, गरीबां उपर खिंजे जे धाड़ी। कहंदा कोई गुरु अर्जन देव कहंदे गरीबां ते अपनी दाढ़ी नूं फड़ के आखे मैं तैनूं औं कर दूं। करदे हुंदे कई मुच्छां नूं ता दे के दाढ़ी नूं फड़ के दबके मारते होंगे गरीबां नूं। ते मार कहंदे गरीबां उपर जे खिंजे दाड़ी, पार ब्रह्म सा अगन में साड़ी। पूरा न्याउ करे करदार, अपने दास को राखण हार। मार कहंदे गरीबां उत्ते दाड़ियां खिंच के दबके मारदा, तैन उस बंदे नूं रब ने अग विच साड़ना। क्यों? जे सकता सकते को मारे ता मन रोस न होई। ਉਹ ਫਿਰ ਜਦੋਂ ਇਸ ਤਰ੍ਹਾਂ ਗੁਰੂ ਅਰਜਨ ਦੇਵ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਰੱਬ ਦੇ ਆਸਰੇ ਬੈਠੇ ਹੋਏ ਆ, ਤੇ ਉਧਰ ਪੂਰੀਆਂ ਗੋਂਦਾਂ ਗੁੰਦੀਆਂ ਗਈਆਂ ਤੇ ਲਾਹੌਰ ਤੋਂ ਸੁਲੀ ਖਾਨ ਚੜ ਗਿਆ ਗੁਰੂ ਅਰਜਨ ਦੇਵ ਨੂੰ ਖਤਮ ਕਰਨ ਵਾਸਤੇ। ਇਹ ਚੰਦੂ ਨਹੀਂ ਆ, ਚੰਦੂ ਤੋਂ ਪਹਿਲਾਂ ਵੀ ਬੜੇ ਹੋਏ ਨੇ, ਅੱਗੇ ਚੱਲ ਕੇ ਜਾ ਕੇ ਖਲਾਸੇ ਹੋਣਗੇ। ਚੰਦੂ ਬਸੀ ਪਰ ਉਸ ਤੋਂ ਪਹਿਲਾਂ ਕਿੰਨੇ ਨੇ। ਜਿਸ ਦਿਨ 18 ਸਾਲ ਦੀ ਉਮਰ ਸੀ ਗੁਰੂ ਅਰਜਨ ਦੇਵ ਨੂੰ ਗੁਰਿਆਈ ਮਿਲ ਗਈ, ਉਸ ਦਿਨ ਤੋਂ ਹੀ ਇਹ ਕੰਮ ਸ਼ੁਰੂ ਹੋ ਗਿਆ ਹੈ। ਜਿੱਦਣ ਗੁਰੂ ਤੇਗ ਬਹਾਦਰ ਬਾਬੇ ਬਕਾਲੇ ਪ੍ਰਗਟ ਹੋਏ, ਗੋਲੀਆਂ ਉਦੋਂ ਹੀ ਚੱਲ ਗਈਆਂ। ਤੇ ਜਿੱਦਣ ਗੁਰੂ ਗੋਬਿੰਦ ਸਿੰਘ ਪੰਥ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗਏ, ਉਸ ਦਿਨ ਤੋਂ ਗੁਰਿਆਈਆਂ 12ਵੇਂ 13 ਗੁਰੂਆਂ ਦੀਆਂ ਚੱਲ ਪਈਆਂ। ਇਹ ਚੱਲਦਾ ਹੀ ਆਇਆ ਵਾ, ਇਸ ਤਰ੍ਹਾਂ ਰਹਿਣਾ ਵਾ। ਇਹ ਤਾਂ ਸਾਨੂੰ ਸਾਵਧਾਨ ਹੋਣਾ ਪੈਣਾ ਭਾਈ। ਉਹ ਫਿਰ ਜਦੋਂ ਚੜ ਪਿਆ, ਲਾਹੌਰ ਤੋਂ ਚੜ ਪਿਆ, ਤੇ ਜਿੱਥੇ ਉਹ ਸਰੋਵਰ ਬਣਾ ਰਿਹਾ ਹੈ ਪ੍ਰਿਥੀ ਚੰਦ, ਕਿਉਂਕਿ ਉਹਨੇ ਮੁਕਾਬਲਾ ਕਰਨਾ ਕਿ ਮੈਂ ਵੀ ਗੁਰੂ ਹਾਂ। ਜੇ ਗੁਰੂ ਅਰਜਨ ਦੇਵ ਸਰੋਵਰ ਬਣਾ ਕੇ ਹਰਮੰਦਰ ਸਾਹਿਬ ਬਣਾ ਲੈਂਦੇ ਨੇ ਤੇ ਮੈਂ ਵੀ ਬਣਾ ਲੈਂਦਾ। ਜਦੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਹੋਰ ਮੰਦਰ ਵੀ ਬਣਨ ਲੱਗਾ ਤੇ ਸੰਗਤਾਂ ਬੜੀਆਂ ਉਦਾਸ ਹੋ ਗਈਆਂ ਵੀ ਸਾਡੇ ਮੁਕਾਬਲੇ ਤੇ ਇੱਕ ਹੋਰ ਹਰਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਬਣਨ ਲੱਗ ਪਿਆ ਵਾ। ਤੇ ਮਹਾਂਪੁਰਖਾਂ ਦੇ ਕੋਲ ਕੋਈ ਗਿਆ, ਕਹਿਣ ਲੱਗੇ ਬਾਬਾ ਜੀ ਹਰਮੰਦਰ ਸਾਹਿਬ ਇੱਕ ਹੋਰ ਬਣਨਾ ਪਿਆ ਅੰਮ੍ਰਿਤਸਰ ਦੇ ਵਿੱਚ, ਬਣਿਆ ਵਾ ਉੱਥੇ ਸਾਹਿਬ ਤੋਂ ਕਿਲੋਮੀਟਰ ਹਟਣਾ। ਕਹਿਣਗੇ ਕੋਈ ਗੱਲ ਨਹੀਂ, ਹਰ ਇੱਕ ਨੂੰ ਹੱਕ ਆਪਣੇ ਮੰਦਰ ਬਣਾਓ, ਤੀਰਥ ਬਣਾਓ, ਕੋਈ ਗੱਲ ਨਹੀਂ। ਰਹਿਮਤਾਂ ਗੁਰੂ ਰਾਮਦਾਸ ਦੇ ਘਰ ਵਿੱਚ ਕਿਸੇ ਹਰਮੰਦਰ ਤੇ ਤੁਸੀਂ ਬਣਾ ਲੋਗੇ ਇਸ ਤਰ੍ਹਾਂ ਦਾ, ਇਹਦੋਂ ਵੱਧ ਸੋਨਾ ਲਾ ਲਓ, ਇਹਦੋਂ ਵੱਡਾ ਸਰੋਵਰ ਬਣਾ ਲਓ, ਇਹਦੋਂ ਵੱਡਾ ਉੱਥੇ ਕੋਈ ਬਾਗ ਬਗੀਚੇ ਲਾ ਲਓ, ਸਭ ਕੁਝ ਵੱਡਾ ਹੀ ਕਰ ਲਓ। ਸਾਡੇ ਦਰਬਾਰ ਸਾਹਿਬ ਨਾਲੋਂ, ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੇ ਦਰਬਾਰ ਨਾਲੋਂ ਸਭ ਕੁਝ ਵੱਡਾ ਕਰ ਲਓ। ਪਰ ਜਿਹੜੀਆਂ ਉੱਥੇ ਬਖਸ਼ਾਂ ਹੋ ਰਹੀਆਂ ਨੇ, ਜਿਹੜੀਆਂ ਉਸ ਘਰ ਤੇ ਰਹਿਮਤਾਂ ਨੇ, ਉਹ ਕਿੱਥੋਂ ਲਿਆਉਣਗੇ? ਉੱਥੇ ਕੋੜੀ ਠੀਕ ਹੁੰਦੇ ਨੇ, ਉੱਥੇ ਅੰਨਿਆਂ ਨੂੰ ਅੱਖਾਂ ਮਿਲਦੀਆਂ, ਗੁੰਗੇ ਬੋਲਣ ਦੇ ਨੇ, ਉੱਥੇ ਵੱਡੇ ਵੱਡੇ ਕੈਂਸਰ ਵਰਗੀਆਂ ਨਾਮ ਮਰਿਆਦ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਰਹੀਆਂ, ਇਹ ਕਿੱਥੋਂ ਲਿਆਉਣਗੇ? ਉਹ ਹਰਮੰਦਰ ਸਾਹਿਬ ਤੇ ਬਣਾ ਲੂ, ਕੋਈ ਸੋਨਾ ਵੀ ਲਾ ਲੂ, ਸਰੋਵਰ ਵੀ ਬਣਾ ਲੂ, ਸਭ ਕੁਝ ਕਰ ਲੂ, ਤੇ ਉਹ ਕਿੱਥੋਂ ਲਿਆਓ ਜਿਹੜੀ ਉੱਥੇ ਬਖਸ਼ਾਂ ਨੇ? ਇਹ ਜਦੋਂ ਫਿਰ ਚੜ ਪਿਆ ਤੇ ਇਹ ਪ੍ਰਿਥੀ ਚੰਦ ਸੀ ਤੇ ਉਹਨੇ ਆਵੇ ਲਾਏ ਸੀ ਪੱਠੇ,
ਇੱਟਾਂ ਪੱਥਣ ਵਾਸਤੇ। ਇਹ ਪ੍ਰਿਥੀ ਚੰਦ ਉਹਨਾਂ ਨੂੰ ਆਪਣੇ ਆਵੇ ਦਿਖਾਉਣ ਲੱਗ ਪਿਆ ਵੀ ਆਓ ਵੇਖੋ ਅਸੀਂ ਹਰਿਮੰਦਰ ਸਾਹਿਬ ਬਣਾਉਣ ਵਾਸਤੇ, ਸਰੋਵਰ ਬਣਾਉਣ ਵਾਸਤੇ ਇੱਟਾਂ ਪੱਕੀਆਂ ਕਰਨ ਦੇ। ਇਹ ਜਦੋਂ ਵੇਖਣ ਗਿਆ ਸੁਲੀ ਖਾਂ ਤੇ ਇਹਦਾ ਘੋੜਾ ਤਰਬਕ ਗਿਆ ਤੇ ਭੱਠੇ ਵਿੱਚ ਡਿੱਗ ਪਿਆ ਸਮੇਤ ਘੋੜੇ ਦੇ। ਉਹ ਸੁਲੀ ਖਾਂ ਮਰ ਗਿਆ, ਭੱਠੇ ਵਿੱਚ ਸੜ ਗਿਆ। ਤੇ ਜਦੋਂ ਜਰਨੈਲ ਹੀ ਮਰ ਜੇ ਫੌਜਾਂ ਨੇ ਫਿਰ ਕਿੱਥੋਂ ਚੜਾਈ ਕਰਕੇ ਗੁਰੂ ਅਰਜਨ ਦੇਵ ਤੇ ਆਉਣੀ ਸੀ। ਉੱਥੋਂ ਹੀ ਵਾਪਸ ਮੁੜ ਗਈਆਂ ਫੌਜਾਂ ਤੇ ਪ੍ਰਿਥੀ ਚੰਦ ਦੀ ਇਹ ਵੀ ਗੋਂਦ ਫੇਲ ਹੋ ਗਈ। ਫੇਰ ਵੀ ਉਹਨੂੰ ਪਤਾ ਨਹੀਂ ਲੱਗਣ ਦਿਆ ਕਿ ਮੈਂ 6 ਵਾਰੀ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਿੱਤੀ ਆ, ਕੁਛ ਨਹੀਂ ਹੋਇਆ। ਜੇ ਮੈਂ ਸੱਤੇ ਬਲਵੰਡੇ ਰਾਗੀ ਨੂੰ ਆਪਣੇ ਵਾਲੇ ਪਾਸੇ ਕਰ ਲਿਆ ਤਾਂ ਵੀ ਕੁਛ ਨਹੀਂ ਹੋਇਆ। ਜੇ ਮੈਂ ਦਿੱਲੀ ਦਰਬਾਰ ਅਕਬਰ ਦੇ ਕੋਲ ਸ਼ਿਕਾਇਤ ਲਾਈ ਆ ਤਾਂ ਵੀ ਨਹੀਂ ਕੁਛ ਹੋਇਆ। ਤੇ ਜੇ ਹੁਣ ਮੈਂ ਸੁਲੀ ਖਾਂ ਨੂੰ ਚੜਾ ਕੇ ਲੈ ਕੇ ਆਇਆ, ਇਹ ਵੀ ਭੱਠੇ 'ਚ ਸੜ ਕੇ ਮਰ ਗਿਆ ਤੇ ਕੁਛ ਨਹੀਂ ਹੋਇਆ। ਤੇ ਅਜੇ ਵੀ ਸਮਝ ਨਹੀਂ ਆ ਰਹੀ ਪ੍ਰਿਥੀ ਚੰਦ ਨੂੰ, ਅਜੇ ਵੀ ਨਹੀਂ ਈਰਖਾ ਛੱਡਣ ਦਿਆ। ਉਹ ਜਦੋਂ ਫਿਰ ਸੰਗਤਾਂ ਨੇ ਆਣ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੜਾਈ ਕਰਕੇ ਆਇਆ ਸੀ ਨਾ ਤੁਹਾਡੇ ਉੱਤੇ ਲਾਹੌਰ ਤੋਂ, ਉਹ ਰਾਹ 'ਚ ਵੀ ਸੜ ਕੇ ਮਰ ਗਿਆ। ਤੇ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਉਹ ਰੱਬ ਦਾ ਆਸਰਾ ਲਿਆ ਹੋਵੇ ਕਿਸੇ ਵਿਅਕਤੀ ਨੇ ਤੇ ਰੱਬ ਉਸ ਨੂੰ ਧੋਖਾ ਦੇ ਦੇਵੇ, ਇਹ ਕਿਵੇਂ ਹੋ ਸਕਦਾ ਹੈ? ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਮਾਰੀ। ਵਾਹ ਵਾਹ। ਬਿਨ ਸਿਮਰਨ ਜੋ ਜੀਵਨ ਬਰਣਾ ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਹਾਰੀ। ਬੰਦੇ ਧੋਖੇ ਦੇ ਸਕਦੇ ਨੇ, ਦਿੰਦੇ ਵੀ ਨੇ। ਲੋਕੀ की बात करते हैं मैंने अपने से धोखे खाए हैं, लोकी कांटों की बात करते हैं मैंने फूलों से जख्म खाए हैं। जिन्ना धोखा अपना दे सकदा बगाना नहीं धोखा दे सकदा। मैं उधर कहा सुन मैं ना इनू छेड़ा गल। ਉਹ ਜਦੋਂ ਫਿਰ ਗੁਰੂ ਅਰਜਨ ਦੇਵ ਨੂੰ ਆਣ ਕੇ ਆਖਿਆ ਮਹਾਰਾਜ ਜਿਹੜਾ ਚੜ੍ਹਾਈ ਕਰਕੇ ਆਇਆ ਸੀ ਲਾਹੌਰ ਤੋਂ ਤੁਹਾਡੇ ਉੱਤੇ ਰਾਹ 'ਚ ਸੜ ਕੇ ਮਰ ਗਿਆ ਜੀ। ਤੇ ਸਾਹਿਬ ਨੇ ਉੱਥੇ ਫਿਰ ਸੂਹੀ ਮਹੱਲਾ ਪੰਜਵਾਂ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪੂੰਚਾ। ਸੁਲਹੀ ਹੋਏ ਮੂਆ ਨਾ ਪਾਕ। ਮਾਰ ਕਹਿੰਦੇ ਸਾਡੀ ਰੱਖਿਆ ਉਸ ਨਾਰਾਇਣ ਨੇ ਕੀਤੀ। ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ। ਸੁਲਹੀ ਮੁਏ ਹੁਆ ਨਾ ਪਾਕ। ਉਹਨਾਂ ਦੇ ਧਰਮ ਵਿੱਚ ਇਸਲਾਮ ਦੇ ਵਿੱਚ ਇੱਕ ਬਾਤ ਆ ਵੀ ਜਿਹੜਾ ਬੰਦਾ ਮਰਿਆ ਜਿਹੜਾ ਜੇ ਮਰੇ ਬੰਦੇ ਨੂੰ ਸਾੜ ਦਿੱਤਾ ਜਾਵੇ ਤੇ ਸਭ ਤੋਂ ਮਾੜਾ ਕੰਮ ਆ ਉਹਨਾਂ ਦੇ ਧਰਮ ਵਿੱਚ। ਸਾਡੇ 'ਚ ਨਹੀਂ ਹੈ। ਗੁਰਮਤਿ ਬੜੀ ਵਿਸ਼ਾਲ ਹੈ। ਬਾਣੀ ਨੇ ਕਿਹਾ ਇੱਕ ਦੱਜੇ ਇੱਕ ਦੱਬੇ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਏ, ਇੱਕ ਪੀ ਫਿਰ ਹੱਸਣ ਪਾਏ। ਨਾਨਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਏ। ਨਹੀਂ ਅੱਗ ਹੈਗੀ ਤੈਨੂੰ ਪਾਣੀ ਮਿੱਟੀ 'ਚ ਨੱਪ ਦਿਓ ਫਿਰ ਕੀ ਹੈ, ਮਿੱਟੀ ਆ। ਇੱਕ ਦੱਜੇ ਕੋਈ ਲੋਕੀ ਸਾੜਦੇ ਨੇ ਇਸ ਮੁਰਦੇ ਸਰੀਰ ਨੂੰ, ਇੱਕ ਨਾ ਦੱਬੀਏ ਕੋਈ ਦੱਬਦੇ ਨੇ, ਇੱਕ ਨਾ ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ। ਕੋਈ ਲੋਕ ਨੇ ਕੁੱਤਿਆਂ ਨੂੰ ਖਵਾ ਦਿੰਦੇ ਨੇ, ਜਿੱਦਾਂ ਉਹ ਡੰਗਰ ਨਹੀਂ ਹੱਡੇ ਰੋੜੇ ਸੁੱਟ ਆਉਂਦੇ, ਕੋਈ ਇਲਾਕੇ ਨੇ ਇਹ ਬੰਦਿਆਂ ਨੂੰ ਸੁੱਟ ਆਉਂਦੇ, ਉੱਥੇ ਕੁੱਤੇ ਬੜੇ ਨੇ ਜੰਗਲਾਂ 'ਚ, ਉਹ ਖਾ ਜਾਂਦੇ ਨੇ। ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੱਟੀਏ। ਕਈਆਂ ਨੂੰ ਲੋਕੀ ਜਲ ਪ੍ਰਵਾਹ ਕਰ ਦਿੰਦੇ ਨੇ, ਕਰਨਾ ਤਾਂ ਨਹੀਂ ਵੈਸੇ ਚਾਹੀਦਾ, ਪਾਣੀ ਲੋਕਾਂ ਨੇ ਪੀਣਾ ਹੁੰਦਾ, ਇਹ ਗੰਦਗੀ ਨੂੰ ਉੱਥੇ ਥੋੜਾ ਸੁੱਟਣਾ ਚਾਹੀਦਾ, ਕਰਦੇ ਨੇ। ਪਰ ਨਾਨਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਏ। ਇਹ ਤੇ ਹੋ ਗਿਆ ਡੈਡ ਬਾਡੀ ਦਾ, ਕਿਸੇ ਨੇ ਨੱਪ ਦਿੱਤਾ, ਕਿਸੇ ਨੇ ਰੋੜ ਦਿੱਤਾ, ਕਿਸੇ ਨੇ ਸਾੜ ਦਿੱਤਾ, ਕਿਸੇ ਨੇ ਕੁੱਤਿਆਂ ਨੂੰ ਖਵਾ ਦਿੱਤਾ, ਤੇ ਜਿਹੜਾ ਵਿੱਚੋਂ ਗਿਆ ਉਹ ਕਿੱਥੇ ਆ? ਨਾਨਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਏ। ਉਹ ਕਿੱਥੇ ਗਿਆ? ਇਹ ਫਿਰ ਮਾਰ ਕਹਿੰਦੇ ਸੁਲਹੀ ਮੋਏ ਹੁਆ ਨਾ ਪਾਕ। ਹਾਲਾਂਕਿ ਉਹਨਾਂ ਧਰਮ 'ਚ ਦੱਬਿਆ ਜਾਂਦਾ, ਸਾੜਿਆ ਨਹੀਂ ਜਾਂਦਾ, ਪਰ ਮਾਰ ਕਹਿੰਦੇ ਉਹ ਸੜ ਗਿਆ। ਜਿਹੜਾ ਸਾਡੇ ਤੇ ਚੜਾਈ ਗਰੀਬਾਂ ਉੱਪਰ ਜੇ ਖਿੰਚੇ ਦਾੜੀ, ਪਾਰ ਬ੍ਰਹਮ ਸਾ ਅਗਰ ਮੈਂ ਸਾੜੀ, ਪੂਰਾ ਨਿਆਉ ਕਰੇ ਕਰਤਾਰ। ਇਹ ਵੀ ਪ੍ਰਿਥੀ ਚੰਦ ਦਾ ਜਿਹੜਾ ਸੀ ਨਾ ਚਾਰਾ ਫੇਲ ਹੋ ਗਿਆ। ਫਿਰ ਉਹਨੇ ਕੀ ਕੀਤਾ, ਉਹ ਫਿਰ ਉੱਥੋਂ ਛੱਡ ਕੇ ਨਾ ਗੁਰੂ ਅਰਜਨ ਦੇਵ ਦਾ ਜਦੋਂ ਹਰਿਮੰਦਰ ਸਾਹਿਬ ਪੂਰਾ ਹੋ ਗਿਆ, ਸੱਚੇ ਪਾਤਸ਼ਾਹ ਦਾ ਬਣ ਗਿਆ,
ਫਿਰ ਉਹ ਤਰਨਤਾਰਨ ਸਾਹਿਬ ਚਲ ਜਾਂਦੇ ਨੇ। ਉੱਥੇ ਜਦੋਂ ਗੁਰੂ ਅਰਜਨ ਦੇਵ ਤਰਨਤਾਰਨ ਦਾ ਸਰੋਵਰ ਬਣਾਉਣ ਲੱਗ ਪੈਂਦੇ ਨੇ ਤੇ ਪ੍ਰਿਥੀ ਚੰਦ ਫੇਰ ਤਰਨਤਾਰਨ ਦੇ ਲਾਗੇ ਆਣ ਕੇ ਆਪਣਾ ਸਰੋਵਰ ਫੇਰ ਪੁੱਟਣ ਲੱਗ ਪਿਆ। ਕੈਸੀਆਂ ਬਾਤਾਂ ਹੈ, ਕੋਈ ਸਮਝ ਨਹੀਂ ਆਈ ਵੀ ਸਾਰੀ ਜ਼ਿੰਦਗੀ ਮੈਨੂੰ ਸੜਦਿਆਂ ਮਰਦਿਆਂ ਲੰਘ ਗਈ ਆ, ਮੇਰਾ ਕੁਛ ਨਹੀਂ ਬਣਿਆ। ਅਜੇ ਵੀ ਮੈਂ ਸਾਰੀ ਬਚਨ ਆਉਂਦਾ ਸੀ ਨਾ ਭੱਟਾਂ ਦਾ, ਸਗਲ ਸਿੱਟ ਲੱਗ ਵੀ ਤਰੇ ਕਲ ਜੁਗ ਜਹਾਜ ਅਰਜਨ ਗੁਰੂ, ਕਲ ਜੁਗ ਜਹਾਜ ਅਰਜਨ ਗੁਰੂ, ਸਗਲ ਸ੍ਰੇਸ਼ਟ ਲਗ ਬੇਤਰੋ, ਸਗਲ ਸ੍ਰੇਸ਼ਟ ਲਗ ਬੇਤਰੋ। ਉਹ ਪਾਠ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਜਹਾਜ਼ ਨੇ, ਸਾਰੇ ਚੜੋ ਜਹਾਜ਼ ਤੇ ਪਾਰ ਲੰਘੋ, ਕਲ ਯੁਗ ਜਹਾਜ਼ ਅਰਜਨ ਗੁਰੂ, ਸਗਲ ਸਿੱਟ ਲੱਗ ਵੀ ਤਰੋ। ਅਜੇ ਵੀ ਸਮਝ ਨਹੀਂ ਆਈ ਵੀ ਸਿੱਖ ਸੰਗਤਾਂ ਆਣ ਕੇ ਗੁਰੂ ਅਰਜਨ ਦੇਵ ਕੋ ਵਰ ਪ੍ਰਾਪਤ ਕਰਦੀਆਂ ਨੇ, ਬਖਸ਼ਾਂ ਪ੍ਰਾਪਤ ਕਰਦੀਆਂ ਨੇ, ਤੇ ਮੈਂ ਉਹਨਾਂ ਦਾ ਵੱਡਾ ਭਾਈ, ਉਹਨਾਂ ਨਾਲ ਈਰਖਾ ਹੀ ਕਰੀ ਜਾਣਾ, ਤੇ ਮੇਰੀ ਕੋਈ ਬਣਿਆ ਵੀ ਕੁਛ ਨਹੀਂ ਈਰਖਾ ਕਰਨਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਰਨਤਾਰਨ ਸਾਹਿਬ ਦਾ ਸਰੋਵਰ ਪਟਾਉਣ ਲੱਗ ਪਏ ਸੰਗਤਾਂ ਕੋਲੋਂ। ਇਹਦਾ ਵੀ ਕਾਰਨ ਕੀ ਮੁੜ ਕੇ ਅਗਲੇ ਭਾਗ 'ਚ ਆਪਾਂ ਦੱਸਾਂਗੇ ਤੁਹਾਨੂੰ। ਹੁਣ ਮੈਂ ਛੋਟੀ ਜਿਹੀ ਗੱਲ ਕਹਿ ਕੇ ਸਮਾਪਤੀ ਵਾਲੇ ਪਾਸੇ ਆਵਾਂ। ਜਦੋਂ ਗੁਰੂ ਅਰਜਨ ਦੇਵ ਤਰਨਤਾਰਨ ਸਾਹਿਬ ਸਰੋਵਰ ਪਟਾਉਣ ਲੱਗ ਪਏ ਤੇ ਇਹ ਵੀ ਈਰਖਾ ਦਾ ਮਾਰਿਆ, ਤਰਨਤਾਰਨ ਤੋਂ ਕੋਈ 5-7 ਕਿਲੋਮੀਟਰ ਪਿੰਡ ਹੈ ਇੱਕ ਛੇਕ ਚੱਕ। ਜਦੋਂ ਤਰਨਤਾਰਨ ਸਾਹਿਬ ਤੋਂ ਗੋਂਦਵਾਲ ਸਾਹਿਬ ਨੂੰ ਜਾਈਏ ਨਾ, ਇਹ ਸੜਕ ਸੀ ਦਿੱਲੀ ਤੋਂ ਗੋਂਦਵਾਲ ਪੱਤਣ ਥਾਣੀ ਤਰਨਤਾਰਨ ਨੂਰ ਦੀ ਸਰਾਂ ਹੁੰਦੀ ਹਲੌਰ ਜਾਂਦੀ ਸੀ, ਪੁਰਾਣੀ ਸੜਕ ਵਾਏ। ਗੋਂਦਵਾਲ ਸਾਹਿਬ ਪੱਤਣ ਹੁੰਦਾ ਸੀ। ਪੱਤਣ ਦਾ ਮਤਲਬ ਜਿੱਥੇ ਪਾਣੀ ਪਤਲਾ ਹੋਵੇ, ਪਤਲਾ ਮੈਨੇ ਥੋੜਾ ਹੋਵੇ, ਜਿੱਥੋਂ ਦਰਿਆ ਬਹੁਤ ਜਗ੍ਹਾ 'ਚ ਵਗਦਾ ਹੋਵੇ ਤੇ ਪਾਣੀ ਪਤਲਾ ਪੈ ਜੇ ਤੇ ਲੋਕੀ ਆਰ ਪਾਰ ਲੰਘ ਜਾਣ, ਉਹਨੂੰ ਪੱਤਣ ਕਹਿੰਦੇ ਹੁੰਦੇ ਸੀ। ਜਿੱਦਾਂ ਹਰੀਕੇ ਪੱਤਣ ਵਾ, ਇਹ ਗੋਂਦਵਾਲ ਸਾਹਿਬ ਪੱਤਣ ਸੀ। ਇਹ ਲਾਹੌਰ ਤੋਂ ਸੜਕ ਜਿਹੜੀ ਜਲੰਧਰ ਨੂੰ ਆਉਂਦੀ ਹੋਈ ਗੋਂਦਵਾਲ ਆਉਂਦੀ ਸੀ, ਗੋਂਦਵਾਲ ਤੋਂ ਤਰਨਤਾਰਨ ਤੋਂ ਸਿੱਧੀ ਲਾਹੌਰ ਜਾਂਦੀ ਹੁੰਦੀ ਸੀ। ਉਸੇ ਸੜਕ ਉੱਤੇ ਬੋਤਾ ਸਿੰਘ ਗਰਜਾ ਸਿੰਘ ਨੇ ਟੈਕਸ ਲਾਇਆ ਸੀ। ਤਰਨਤਾਰਨ ਤੋਂ 2 ਕਿਲੋਮੀਟਰ 3 ਕਿਲੋਮੀਟਰ ਹਟਵਾ ਬੋਤਾ ਸਿੰਘ ਗਰਜਾ ਸਿੰਘ ਨੇ ਉਸੇ ਰੋਡ ਉੱਤੇ ਨਾਕਾ ਲਾ ਕੇ ਆਖਿਆ ਸੀ ਵੀ ਖਾਲਸੇ ਦਾ ਰਾਜ ਹੋ ਗਿਆ ਤੇ ਇੱਥੋਂ ਦੇ ਲੰਘਣ ਵਾਲਿਆਂ ਨੂੰ, ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲਿਆਂ ਨੂੰ ਤੇ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲਿਆਂ ਨੂੰ ਇੱਥੇ ਟੈਕਸ ਦੇਣਾ ਪਏਗਾ। ਇਸ ਪੰਜਾਬ ਦੀ ਧਰਤੀ ਤੇ ਖਾਲਸੇ ਦਾ ਰਾਜ ਹੈ। ਉਹ ਨੂਰ ਦੀ ਸਰਾਂ ਉਸੇ ਸੜਕ ਤੇ ਹੈ। ਇਸੇ ਹੀ ਜਦੋਂ ਤਰਨਤਾਰਨ ਸਾਹਿਬ ਤੋਂ ਜਿਹੜੀ ਗੋਂਦਵਾਲ ਨੂੰ ਸੜਕ ਆਉਂਦੀ, ਉਹਦੇ ਪਿੰਡ ਆਉਂਦਾ ਛੇਕ ਚੱਕ। ਉੱਥੇ ਗੁਰੂ ਅਰਜਨ ਦੇਵ ਤਰਨਤਾਰਨ ਸਾਹਿਬ ਸਰੋਵਰ ਖਦਾਉਣ ਲੱਗ ਪਏ ਤੇ ਇਹ ਫਿਰ ਪ੍ਰਿਥੀ ਚੰਦ ਛੇਕ ਚੱਕ ਜਿਹੜਾ ਛੇਕ ਚੱਕ ਪਿੰਡ ਵਾ, ਉਹਦੇ ਵਿੱਚ ਸਰੋਵਰ ਆਪਣਾ ਵੀ ਪਟਾਉਣ ਲੱਗ ਪਏ। ਸਮਝਿਆ ਨਹੀਂ ਅਜੇ ਵੀ। ਤੇ ਉਹ ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹ ਸਰੋਵਰ ਅਜੇ ਵੀ ਹੈਗਾ ਉਸ ਪਿੰਡ ਦੇ ਵਿੱਚ, ਜਿਹੜਾ ਗੁਰੂ ਅਰਜਨ ਦੇਵ ਦੇ ਮੁਕਾਬਲੇ ਤੇ ਨੇ ਹਰਿਮੰਦਰ ਸਾਹਿਬ ਬਣਾਉਣ ਦੀ ਕੋਸ਼ਿਸ਼ ਕੀਤੀ। ਹੀਰਾਂ ਪਿੰਡ, ਉੱਥੇ ਅਜੇ ਵੀ ਨਿਸ਼ਾਨੀਆਂ ਹੈਗੀਆਂ, ਸਰੋਵਰ ਹੈਗਾ, ਪਰ ਗੰਦ ਪਿਆ ਸਰੋਵਰ ਵਿੱਚ। ਤੇ ਜਦੋਂ ਗੁਰੂ ਅਰਜਨ ਦੇਵ ਤਰਨਤਾਰਨ ਵਸਾਇਆ, ਸਰੋਵਰ ਪਟਾਇਆ, ਤੇ ਪ੍ਰਿਥੀ ਚੰਦ ਵੀ ਈਰਖਾ ਕਰਦਾ ਹੋਇਆ ਲਾਗੇ ਪਿੰਡ ਆ ਕੋ 5-7 ਕਿਲੋਮੀਟਰ ਹਟਵਾ ਛੇਕ ਚੱਕ, ਉੱਥੇ ਆਪਣਾ ਸਰੋਵਰ ਪਟਾਉਣ ਲੱਗ ਪਿਆ। ਹੁਣ ਸਰੋਵਰ ਪੁੱਟ ਕੇ ਥੋੜਾ ਕੋਈ ਗੁਰੂ ਬਣ ਸਕਦਾ ਭਾਈ? ਕੋਈ ਵੱਡੇ ਵੱਡੇ ਕੋਠੇ ਬਣਾ ਕੇ ਥੋੜਾ ਕੋਈ ਗੁਰੂ ਪਦੀਆਂ ਪ੍ਰਾਪਤ ਕਰ ਸਕਦਾ? ਤੇ ਉਹ ਪਿੰਡ ਵਿੱਚ ਸਰੋਵਰ ਅਜੇ ਵੀ ਹੈਗਾ। ਤੇ ਗੁਰੂ ਅਰਜਨ ਦੇਵ ਦੇ ਸਰੋਵਰ 'ਚ ਲੋਕਾਂ ਨੂੰ ਕੋੜੀਆਂ ਦੇ ਕੋੜ ਦੂਰ ਹੁੰਦੇ ਨੇ, ਦੁਖੀਆਂ ਦੇ ਦੁੱਖ ਹਰਦੇ ਨੇ। ਉਹ ਜਿਹੜਾ ਗੁਰੂ ਅਰਜਨ ਦੇਵ ਦਾ ਸਰੋਵਰ ਤਰਨਤਾਰਨ, ਸੰਗਤਾਂ ਆਉਂਦੀਆਂ ਜਾਂਦੀਆਂ, ਉੱਥੇ ਰੌਣਕਾਂ ਲੱਗੀਆਂ ਹੋਈਆਂ। ਤੇ ਜਿਹੜਾ ਪ੍ਰਿਥੀ ਚੰਦ ਨੇ ਬਣਾਇਆ ਸੀ ਸਰੋਵਰ ਤਰਨਤਾਰਨ ਤੋਂ ਹਟਵਾ, ਉੱਥੇ ਲੋਕਾਂ ਨੇ ਪਾਥੀਆਂ ਪੱਥੀਆਂ ਹੋਈਆਂ ਨੇ, ਗੋਹਾ ਸੁੱਟਿਆ ਉਹ ਸਰੋਵਰ ਦੇ ਵਿੱਚ। ਤੇ ਪੌੜੀਆਂ ਢਾਹ ਨੂੰ, ਜਿੱਥੇ ਪੌੜੀਆਂ ਉਤਰਦੀਆਂ ਉੱਥੇ ਬੀਬੀਆਂ ਨੂੰ ਪਾਥੀਆਂ ਪੱਥੀਆਂ। ਮੈਂ ਪਿੱਛੇ ਜੇ ਗਿਆ ਵੇਖਣ, ਉੱਥੇ ਪਾਥੀਆਂ ਪੱਥੀਆਂ ਲੋਕਾਂ ਨੇ। ਇਹ ਹੈ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਕੂੜ ਬਹੁਤਾ ਚਿਰ ਨਹੀਂ ਚੱਲਦਾ ਭਾਈ। ਇਹ ਸੀ ਕਾਰਨ ਘਰ ਦੀ ਈਰਖਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਰਾ ਨੇ ਈਰਖਾ ਕੀਤੀ, ਸਰਕਾਰੀ ਦਰਬਾਰੇ ਪਹੁੰਚ ਕੀਤੀ, ਦਿੱਲੀ ਦਰਬਾਰ ਪਹੁੰਚ ਕੀਤੀ, ਹਲੌਰ ਦੇ ਦਰਬਾਰ 'ਚ ਪਹੁੰਚ ਕੀਤੀ, ਮੁਕਾਬਲੇ ਤੇ
ਬਾਣੀ ਉਹਦੇ ਪੁੱਤ ਨੇ ਮਿਹਰਬਾਨ ਨੇ ਬਾਣੀ ਰਚਨਾ ਕੀਤੀ, ਹਰਿਮੰਦਰ ਸਾਹਿਬ ਬਣਾਉਣ ਦੀ ਕੋਸ਼ਿਸ਼ ਕੀਤੀ, ਸਰੋਵਰ ਬਣਾਉਣ ਦੀ ਕੀਤੀ, ਨਹੀਂ ਕੋਈ ਚਾਰਾ ਚੱਲਿਆ। ਅਖੀਰ ਤੇ ਫਿਰ ਜਦੋਂ ਜ਼ਿੰਦਗੀ 'ਚ ਫੇਲ ਹੋ ਜਾਂਦਾ ਹੈ ਪ੍ਰਿਥੀ ਚੰਦ, ਇਹ ਫਿਰ ਮਾਲ ਵਿੱਚ ਚਲ ਜਾਂਦਾ ਹੈ। ਇਹਨੇ ਉੱਥੇ ਪਿੰਡ ਵਸਾਇਆ ਇੱਕ, ਉਹਦਾ ਨਾਂ ਰੱਖਿਆ ਕੋਠਾ ਸੋਢੀਆਂ ਦਾ। ਉਹਦਾ ਵੀ ਇਤਿਹਾਸ ਵਾ। ਗੁਰੂ ਗੋਬਿੰਦ ਸਿੰਘ ਉੱਥੇ ਜਾਂਦੇ ਨੇ ਉਸ ਪਿੰਡ ਵਿੱਚ, ਤੇ ਪਿੰਡੋਂ ਬਾਰ-ਬਾਰ ਪੁੱਛਦੇ ਬੱਚਿਆਂ ਨੂੰ ਵੀ ਪਿੰਡ ਦਾ ਕੀ ਨਾਂ ਭਾਈ। ਉੱਥੇ ਬੱਚੇ ਮੈਂ ਉਹਦਾ ਇਤਿਹਾਸ ਇਹਦਾ ਤੁਹਾਨੂੰ ਸੁਣਾ ਚੁੱਕਾ। ਆਖਦੇ ਨੇ ਵੀ ਬੱਚੇ ਉਹ ਬਾਹਰ ਪਿੰਡੋਂ ਬਾਹਰ ਇੱਕ ਛੱਪੜ ਸੀ, ਉੱਥੇ ਨਹਾਉਣ ਦਏ ਸੀ, ਤੇ ਗੁਰੂ ਅਰਜਨ ਦੇਵ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਵੀ ਇਹ ਪਿੰਡ ਦਾ ਕੀ ਨਾਮ ਆ। ਤੇ ਬੱਚੇ ਜਿਹੜੇ ਸੀ ਉਹ ਭੱਜ ਗਏ, ਤੇ ਇੱਕ ਜਿਹੜਾ ਸੀ ਸਾਧ ਮਰਾਦਾ ਜਾਂ ਕੋਈ ਗੁੰਗਾ ਜਾਂ ਬੱਚਾ ਰਹਿ ਗਿਆ। ਗੁਰੂ ਗੋਬਿੰਦ ਸਿੰਘ ਪੁੱਛਦੇ ਨੇ ਉਸ ਬੱਚੇ ਨੂੰ ਵੀ ਇਹ ਪਿੰਡ ਦਾ ਕੀ ਨਾਂ। ਉਹ ਗੁੰਗਾ ਸੀ, ਬੋਲ ਨਹੀਂ ਸੀ ਸਕਦਾ। ਜਦ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੇ ਸਿਰ ਤੇ ਹੱਥ ਰੱਖਿਆ ਗੁੰਗੇ ਦੇ, ਸੁਣੇ ਗੁੰਗ ਜੋ ਜਾਏ ਸੁਰਸ ਨਾ ਪਾਵਈ। ਕਈ ਕਹਿੰਦੇ ਗੁਰੂ 'ਚ ਕਰਾਮਾਤਾਂ ਨਹੀਂ ਹੁੰਦੀਆਂ, ਸ਼ਕਤੀਆਂ ਨਹੀਂ ਹੁੰਦੀਆਂ, ਕੈਸੀਆਂ ਬਾਤਾਂ ਚੱਲਦੇ ਨਹੀਂ, ਵੱਡੀਆਂ ਵੱਡੀਆਂ ਕਾਰਾਂ ਨਹੀਂ, ਉਹਨਾਂ ਕੋਈ ਸ਼ਕਤੀਆਂ ਕਰਾਮਾਤਾਂ ਹੁੰਦੀਆਂ ਸੀ, ਤੁਹਾਡੇ ਕੋਲ ਹੋਰ ਚੀਜ਼ਾਂ ਨੇ। ਉਹ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਖਿਆ ਵੀ ਉਹ ਪਿੰਡ ਦਾ ਕੀ ਨਾਂ, ਬੱਚਾ ਜਿਹੜਾ ਸੀ ਉਹ ਗੁੰਗਾ ਸੀ, ਉਹ ਬੋਲਣ ਲੱਗ ਪਿਆ। ਉਹਨੇ ਆਖਿਆ ਇਹ ਜੀ ਸੋਢੀਆਂ ਦਾ ਕੋਠਾ ਵਾ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਨਾ, ਇਹ ਸੋਢੀਆਂ ਦਾ ਕੋਠਾ ਨਹੀਂ, ਇਹ ਗੁਰੂ ਕਾ ਕੋਠਾ। ਉਹ ਪਿੰਡ ਦਾ ਨਾਂ ਹੁਣ ਗੁਰੂ ਕੋਠਾ। ਉੱਥੇ ਪ੍ਰਿਥੀ ਚੰਦ ਦਾ ਫਿਰ ਅੰਤ ਹੁੰਦਾ ਹੈ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਉਸ ਪਿੰਡ ਦੇ ਬਾਰ-ਬਾਰ ਜਿਹੜਾ ਗੁਰੂ ਕਾ ਕੋਠਾ, ਜਿਹੜਾ ਪਹਿਲਾਂ ਪ੍ਰਿਥੀ ਸੋਢੀਆਂ ਦਾ ਕੋਠਾ ਹੁੰਦਾ ਸੀ, ਬਾਰ-ਬਾਰ ਇੱਕ ਸਰੋਵਰ ਆ, ਉੱਥੇ ਗੁਰਦੁਆਰਾ ਗੁੰਗਸਰ ਸਾਹਿਬ, ਜਿੱਥੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਸੀ ਤੇ ਉਹ ਗੁੰਗਾ ਬੱਚਾ ਬੋਲਣ ਲੱਗ ਪਿਆ ਸੀ। ਇਹ ਇਸ ਤੋਂ ਅੱਗੇ ਹੁਣ ਜਾ ਕੇ ਆਪਾਂ ਅਗਲੇ ਭਾਗ 'ਚ ਵਿਚਾਰ ਕਰਾਂਗੇ। ਪ੍ਰਿਥੀ ਚੰਦ ਤੋਂ ਇਲਾਵਾ ਹੋਰ ਕੌਣ ਸੀ ਜਿਹੜੇ ਗੁਰੂ ਅਰਜਨ ਦੇਵ ਨਾਲ ਈਰਖਾ ਕਰਦੇ ਸੀ, ਤੇ ਤੱਤੀ ਤਵੀ ਤੇ ਸੱਚੇ ਪਾਤਸ਼ਾਹ ਸ਼ਹੀਦ ਕਰਨ 'ਚ ਕਿਹਨਾਂ ਦਾ ਹੱਥ ਸੀ, ਅਗਲੇ ਸਮੇਂ 'ਚ ਆਪਾਂ ਵਿਚਾਰਾਂਗੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਿਸ਼ ਕਰਨ, ਆਪਣੇ ਠੰਡੇ ਨਾਮ ਦਾ ਵਰਤਾਰਾ ਕਰਨ। ਭਾਈ ਭੁੱਲ ਚੁੱਕ ਦੀ ਸ਼ਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।